इस वार ब्रिक्स देशां दे मुखियां दी होई 13वीं वर्चुअल ਕਾਨਫਰੰਸ ਇਸ ਲਈ ਵਧੇਰੇ ਮਹੱਤਵਪੂਰਨ ਸੀ ਕਿਉਂਕਿ ਅਫਗਾਨਿਸਤਾਨ ਵਿੱਚ ਤਾਲਿਬਾਨ ਨੇ ਬੰਦੂਕ ਦੇ ਜ਼ੋਰ 'ਤੇ ਕਬਜ਼ਾ ਕੀਤਾ ਹੋਇਆ ਹੈ। ਡੈਂਡੀ ਆਉਂਦੇ ਦਿਨਾਂ ਵਿੱਚ ਤਾਲਿਬਾਨ ਦੀ ਸਰਕਾਰ ਵੱਲੋਂ ਹਕੂਮਤ ਦੀ ਵਾਗਡੋਰ ਸੰਭਾਲੀ ਜਾ ਰਹੀ ਹੈ। ਡੈਂਡੀ ਇਸ ਤੋਂ ਪਹਿਲਾਂ ਉਹਨਾਂ ਨੇ ਇਸ ਸਰਕਾਰ ਵਿੱਚ ਸ਼ਾਮਲ ਹੋ ਰਹੇ ਵਿਅਕਤੀਆਂ ਦੇ ਨਾਂ ਵੀ ਨਸ਼ਰ ਕਰ ਦਿੱਤੇ ਹਨ। ਡੈਂਡੀ ਇਹਨਾਂ 33 ਨਾਵਾਂ ਵਿੱਚ 17 ਅਜਿਹੇ ਤਾਲਿਬਾਨੀ ਲੜਾਕਿਆਂ ਦੇ ਨਾਂ ਸ਼ਾਮਲ ਹਨ ਜੋ ਦੁਨੀਆ ਭਰ ਵਿੱਚ ਅੱਤਵਾਦੀ ਵਾਰਦਾਤਾਂ ਨਾਲ ਜੁੜੇ ਹੋਏ ਹਨ। ਡੈਂਡੀ ਉਹਨਾਂ ਨੂੰ ਖਤਰਨਾਕ ਅੱਤਵਾਦੀ ਮੰਨਿਆ ਗਿਆ ਹੈ। ਡੈਂਡੀ ਇੱਥੋਂ ਤੱਕ ਕਿ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਨੇ ਵੀ ਇਹਨਾਂ 'ਚੋਂ 14 ਤਾਲਿਬਾਨੀ ਲੜਾਕਿਆਂ ਨੂੰ ਦੁਨੀਆ ਭਰ ਦੇ ਵੱਡੇ ਦਹਿਸ਼ਤਗਰਦਾਂ ਦੀ ਕਾਲੀ ਸੂਚੀ ਵਿੱਚ ਸ਼ਾਮਲ ਕੀਤਾ ਹੋਇਆ ਹੈ ਅਤੇ ਬਹੁਤਿਆਂ 'ਤੇ ਇਨਾਮ ਵੀ ਰੱਖੇ ਹੋਏ ਹਨ। ਡੈਂਡੀ ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਲਗਾਤਾਰ ਅਜਿਹੀ ਪੁਣਛਾਣ ਕਰਦੀ ਰਹੀ ਹੈ ਅਤੇ ਦੁਨੀਆ ਭਰ ਲਈ ਖਤਰਾ ਬਣੇ ਅੱਤਵਾਦੀਆਂ ਦੇ ਨਾਂ ਇੱਕ ਸੂਚੀ ਵਿੱਚ ਸ਼ਾਮਲ ਕੀਤੇ ਜਾਂਦੇ ਰਹੇ ਹਨ। ਡੈਂਡੀ ਬ੍ਰਿਕਸ ਸੰਮੇਲਨ ਵਿੱਚ ਭਾਰਤ, ਰੂਸ, ਚੀਨ, ਬ੍ਰਾਜ਼ੀਲ ਅਤੇ ਦੱਖਣੀ ਅਫਰੀਕਾ ਆਦਿ 5 ਦੇਸ਼ ਸ਼ਾਮਲ ਹਨ। ਡੈਂਡੀ 15 ਸਾਲ ਪਹਿਲਾਂ ਇਹ ਸੰਗਠਨ ਕਾਇਮ ਕੀਤਾ ਗਿਆ ਸੀ ਜਿਸ ਦਾ ਮੰਤਵ ਤੇਜ਼ੀ ਨਾਲ ਵਿਕਾਸ ਕਰ ਰਹੇ ਇਹਨਾਂ ਵੱਡੇ ਦੇਸ਼ਾਂ ਦਰਮਿਆਨ ਸਹਿਯੋਗ ਵਧਾਉਣਾ ਸੀ। ਡੈਂਡੀ ਬ੍ਰਿਕਸ ਦੀ ਸਾਲਾਨਾ ਮੀਟਿੰਗ ਹੁੰਦੀ ਹੈ ਜਿਸ ਵਿੱਚ ਇਹਨਾਂ ਦੇਸ਼ਾਂ ਦੇ ਮੁਖੀ ਸ਼ਾਮਲ ਹੁੰਦੇ ਹਨ। ਡੈਂਡੀ ਅਜਿਹੀਆਂ ਮੀਟਿੰਗਾਂ ਵਿੱਚ ਕੌਮਾਂਤਰੀ ਪੱਧਰ 'ਤੇ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਂਦਾ ਹੈ। ਡੈਂਡੀ ਭਾਰਤ ਅਤੇ ਚੀਨ ਵਿੱਚ ਸਰਹੱਦੀ ਮਸਲਿਆਂ ਨੂੰ ਲੈ ਕੇ ਅਕਸਰ ਤਣਾਅ ਬਣਿਆ ਰਹਿੰਦਾ ਹੈ ਜਿਹੜਾ ਪਿਛਲੇ ਸਮੇਂ ਵਿੱਚ ਬਹੁਤ ਵੱਧ ਗਿਆ ਸੀ ਅਤੇ ਦੋਵਾਂ ਵਿੱਚ ਜੰਗ ਦੇ ਆਸਾਰ ਬਣ ਗਏ ਸਨ। ਡੈਂਡੀ ਅਜਿਹਾ ਵੀ ਮਹਿਸੂਸ ਕੀਤਾ ਜਾਂਦਾ ਰਿਹਾ ਹੈ ਕਿ ਅਜਿਹੀਆਂ ਸਥਿਤੀਆਂ ਵਿੱਚ ਇਸ ਤਰ੍ਹਾਂ ਦੇ ਸੰਗਠਨਾਂ ਦਾ ਕੀ ਮੰਤਵ ਰਹਿ ਜਾਂਦਾ ਹੈ। ਪ੍ਰਸ਼ਨ ਚਿੰਨ੍ਹ ਅਮਲੀ ਰੂਪ ਵਿੱਚ ਇਸ ਦਾ ਕੋਈ ਲਾਭ ਵੀ ਹੁੰਦਾ ਹੈ ਜਾਂ ਨਹੀਂ। ਪ੍ਰਸ਼ਨ ਚਿੰਨ੍ਹ ਪਰ ਅਸੀਂ ਸਮਝਦੇ ਹਾਂ ਕਿ ਉੱਚ ਪੱਧਰ 'ਤੇ ਜੇਕਰ ਅਜਿਹਾ ਵਿਚਾਰ ਵਟਾਂਦਰਾ ਹੁੰਦਾ ਰਹਿੰਦਾ ਹੈ ਤਾਂ ਇਹ ਆਪਸੀ ਸਮਝ ਬਣਾਉਣ ਵਿੱਚ ਜ਼ਰੂਰ ਸਹਾਈ ਹੁੰਦਾ ਹੈ। ਡੈਂਡੀ ਕੁਝ ਸਾਲ ਪਹਿਲਾਂ ਇਸੇ ਤਰ੍ਹਾਂ ਦਾ ਹੀ ਸ਼ੰਘਾਈ ਸਹਿਯੋਗ ਸੰਗਠਨ ਹੋਂਦ ਵਿੱਚ ਆਇਆ ਸੀ ਜਿਸ ਵਿੱਚ ਭਾਰਤ ਸਮੇਤ 20 ਦੇਸ਼ ਸ਼ਾਮਲ ਹਨ। ਡੈਂਡੀ ਪਿਛਲੇ ਸਾਲ ਨਵੰਬਰ ਵਿੱਚ ਹੋਏ 12ਵੇਂ ਬ੍ਰਿਕਸ ਸੰਮੇਲਨ ਵਿੱਚ ਵੀ ਅੱਤਵਾਦ ਦਾ ਮੁੱਦਾ ਵਧੇਰੇ ਛਾਇਆ ਰਿਹਾ ਸੀ। ਡੈਂਡੀ ਇਸ ਸੰਬੰਧੀ 5 ਦੇਸ਼ਾਂ ਨੇ ਆਪਸੀ ਸਹਿਯੋਗ ਲਈ ਵੀ ਹੁੰਗਾਰਾ ਭਰਿਆ ਸੀ। ਡੈਂਡੀ ਇਸ ਵਾਰ ਅਫਗਾਨਿਸਤਾਨ ਵਿੱਚ ਪੈਦਾ ਹੋਏ ਨਵੇਂ ਘਟਨਾ ਚੱਕਰ ਨੇ ਦੁਨੀਆ ਨੂੰ ਵੱਡੀ ਚਿੰਤਾ ਵਿੱਚ ਪਾ ਦਿੱਤਾ ਹੈ। ਡੈਂਡੀ ਇਸੇ ਚਿੰਤਾ ਦਾ
ਪ੍ਰਗਟਾਵਾ ਹੀ ਬ੍ਰਿਕਸ ਸੰਮੇਲਨ ਵਿੱਚ ਕੀਤਾ ਗਿਆ ਹੈ। ਡੈਂਡੀ ਅਫਗਾਨਿਸਤਾਨ ਸੰਬੰਧੀ ਰੂਸ ਅਤੇ ਚੀਨ ਦੀ ਪਹੁੰਚ ਭਾਰਤ ਨਾਲੋਂ ਵੱਖਰੀ ਹੈ। ਡੈਂਡੀ ਇਹਨਾਂ ਦੋਵਾਂ ਮੁਲਕਾਂ ਨੇ ਕਾਬੁਲ ਵਿੱਚ ਆਪਣੇ ਸਫਾਰਤਖਾਨੇ ਬੰਦ ਨਹੀਂ ਕੀਤੇ। ਡੈਂਡੀ ਚੀਨ ਨੇ ਤਾਂ ਅਫਗਾਨਿਸਤਾਨ ਨੂੰ ਵੱਡੀ ਮਦਦ ਦੇਣ ਦਾ ਵੀ ਐਲਾਨ ਕਰ ਦਿੱਤਾ ਹੈ। ਡੈਂਡੀ ਪਰ ਅਫਗਾਨਿਸਤਾਨ ਦੀ ਬਣਨ ਵਾਲੀ ਨਵੀਂ ਸਰਕਾਰ ਵਿੱਚ ਸ਼ਾਮਲ ਕੀਤੇ ਜਾ ਰਹੇ ਤਾਲਿਬਾਨੀ ਲੜਾਕਿਆਂ ਦੇ ਨਾਵਾਂ ਨੂੰ ਲੈ ਕੇ ਇਹਨਾਂ ਪੰਜਾਂ ਹੀ ਦੇਸ਼ਾਂ ਨੇ ਆਪਣੀ ਚਿੰਤਾ ਜ਼ਰੂਰ ਪ੍ਰਗਟਾਈ ਹੈ ਅਤੇ ਕਿਹਾ ਹੈ ਕਿ ਨਵੇਂ ਹਾਲਾਤ ਵਿੱਚ ਅਫਗਾਨਿਸਤਾਨ ਨੂੰ ਅੱਤਵਾਦੀਆਂ ਦਾ ਅੱਡਾ ਨਹੀਂ ਬਣਨ ਦਿੱਤਾ ਜਾਣਾ ਚਾਹੀਦਾ ਅਤੇ ਉੱਥੋਂ ਦੂਸਰੇ ਦੇਸ਼ਾਂ 'ਤੇ ਅੱਤਵਾਦੀਆਂ ਵੱਲੋਂ ਹਮਲੇ ਨਹੀਂ ਹੋਣੇ ਚਾਹੀਦੇ। ਡੈਂਡੀ ਨਵੇਂ ਹੁਕਮਰਾਨਾਂ ਤੋਂ ਇਸ ਗੱਲ ਦੀ ਤਵੱਕੋ ਵੀ ਰੱਖੀ ਗਈ ਹੈ ਕਿ ਉਹ ਮਨੁੱਖੀ ਅਧਿਕਾਰਾਂ ਦਾ ਧਿਆਨ ਰੱਖਣਗੇ। ਡੈਂਡੀ ਖਾਸ ਤੌਰ 'ਤੇ ਉਹ ਮਹਿਲਾਵਾਂ ਅਤੇ ਘੱਟ ਗਿਣਤੀਆਂ ਬਾਰੇ ਆਪਣੇ ਨਜ਼ਰੀਏ ਵਿੱਚ ਬਦਲਾਅ ਕਰਨਗੇ। ਡੈਂਡੀ ਪਿਛਲੇ ਮਹੀਨੇ 15 ਅਗਸਤ ਨੂੰ ਤਾਲਿਬਾਨ ਨੇ ਕਾਬੁਲ 'ਤੇ ਕਬਜ਼ਾ ਕਰ ਲਿਆ ਸੀ, ਪਰ ਇਸ ਦੌਰਾਨ ਦੁਨੀਆ ਭਰ ਨੂੰ ਇਹ ਸੰਦੇਸ਼ ਜ਼ਰੂਰ ਗਿਆ ਸੀ ਕਿ ਉੱਥੋਂ ਦੇ ਬਹੁਤੇ ਲੋਕ, ਖਾਸ ਕਰਕੇ ਔਰਤਾਂ, ਤਾਲਿਬਾਨ ਦੇ ਦੇਸ਼ 'ਤੇ ਕਬਜ਼ੇ ਤੋਂ ਕਤਈ ਖੁਸ਼ ਨਹੀਂ ਹਨ। ਡੈਂਡੀ ਇਸ ਕਰਕੇ ਉਹ ਨਿੱਤ ਦਿਨ ਮੁਜ਼ਾਹਰੇ ਕਰ ਰਹੀਆਂ ਹਨ। ਡੈਂਡੀ ਭਾਰਤ ਨੇ ਵੀ ਇਸ ਗੱਲ 'ਤੇ ਚਿੰਤਾ ਪ੍ਰਗਟਾਈ ਹੈ ਕਿ ਪਾਕਿਸਤਾਨ ਦੀ ਥਾਪੀ ਨਾਲ ਕੁਝ ਅੱਤਵਾਦੀ ਗਰੁੱਪਾਂ ਨੇ ਭਾਰਤ ਵਿਰੁੱਧ ਜੋ ਜਿਹਾਦ ਛੇੜਿਆ ਹੋਇਆ ਹੈ ਉਹ ਹੁਣ ਤਾਲਿਬਾਨ ਦੀ ਸ਼ਰਨ ਵਿੱਚ ਚਲੇ ਗਏ ਹਨ, ਜਿੱਥੋਂ ਉਹਨਾਂ ਦੇ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ ਨੂੰ ਵਧੇਰੇ ਤੇਜ਼ ਕਰਨ ਦੀ ਸੰਭਾਵਨਾ ਬਣ ਗਈ ਹੈ। ਪਰ ਹੁਣ ਬ੍ਰਿਕਸ ਵੱਲੋਂ ਇਹਨਾਂ ਅੱਤਵਾਦੀਆਂ ਵਿਰੁੱਧ ਮਤਾ ਪਾਸ ਕਰਨ ਨਾਲ ਭਾਰਤ ਦੇ ਇਸ ਪੱਖ ਨੂੰ ਵੀ ਸਵੀਕਾਰ ਕੀਤਾ ਗਿਆ ਹੈ। ਡੈਂਡੀ ਇਸੇ ਤਰ੍ਹਾਂ ਹੀ ਹੋਰ ਅੰਤਰਰਾਸ਼ਟਰੀ ਸੰਗਠਨਾਂ ਤੋਂ ਵੀ ਇਹਨਾਂ ਨਵੇਂ ਤਾਨਾਸ਼ਾਹਾਂ ਵਿਰੁੱਧ ਆਵਾਜ਼ ਚੁੱਕੇ ਜਾਣ ਦੀ ਸੰਭਾਵਨਾ ਬਣ ਗਈ ਹੈ। ਡੈਂਡੀ ਫਿਰ ਵੀ ਦੇਸ਼ ਦੇ ਗੜਬੜ ਵਾਲੇ ਅੰਦਰੂਨੀ ਹਾਲਾਤ ਨੂੰ ਤਾਲਿਬਾਨ ਦੀ ਬਣਨ ਵਾਲੀ ਸਰਕਾਰ ਕਿਵੇਂ ਸੰਭਾਲਦੀ ਹੈ ਅਤੇ ਅੰਤਰਰਾਸ਼ਟਰੀ ਭਾਈਚਾਰੇ ਵੱਲੋਂ ਪ੍ਰਗਟ ਕੀਤੀਆਂ ਗਈਆਂ ਚਿੰਤਾਵਾਂ ਨੂੰ ਉਹ ਕਿਸ ਤਰ੍ਹਾਂ ਲੈਂਦੀ ਹੈ ਅਤੇ ਆਪਣਾ ਕਿਸ ਤਰ੍ਹਾਂ ਦਾ ਪ੍ਰਤੀਕਰਮ ਪ੍ਰਗਟ ਕਰਦੀ ਹੈ, ਇਹ ਆਉਂਦੇ ਦਿਨਾਂ ਵਿੱਚ ਹੀ ਸਪਸ਼ਟ ਹੋਣ ਦੀ ਸੰਭਾਵਨਾ ਹੈ। ਡੈਂਡੀ ਅੱਜ ਅਸੀਂ 2 ਦਹਾਕੇ ਪਹਿਲਾਂ ਹੋਏ ਉਸ ਹਮਲੇ ਦੀ ਚਰਚਾ ਕਰਾਂਗੇ ਜਿਸ ਕਾਰਨ ਦੁਨੀਆ ਦੀ ਸਭ ਤੋਂ ਵੱਡੀ ਮਹਾਸ਼ਕਤੀ ਮੰਨੀ ਜਾਣ ਵਾਲੇ ਅਮਰੀਕਾ ਜਿਹੇ ਦੇਸ਼ ਨੂੰ ਅੱਤਵਾਦ ਦੀ ਮਾਰ ਸਹਿਣੀ ਪਈ ਅਤੇ ਪਲਾਂ ਵਿੱਚ ਹੀ 4 ਹਾਈਜੈਕ ਹਵਾਈ ਜਹਾਜ਼ਾਂ ਨੇ 3000 ਬੇਕਸੂਰ ਜ਼ਿੰਦਗੀਆਂ ਨੂੰ ਰਾਖ ਕਰ ਦਿੱਤਾ ਸੀ। ਡੈਂਡੀ ਮੇਰੇ ਖਿਆਲ ਵਿੱਚ ਬਹੁਤ ਸਾਰੇ ਇਸ ਗੱਲ ਤੋਂ ਅਣਜਾਣ ਹੋਣਗੇ ਕਿ ਉਸ ਦਿਨ ਅਮਰੀਕਾ ਵਿੱਚ ਸਿਰਫ ਇੱਕੋ ਸ਼ਹਿਰ ਨਿਊਯਾਰਕ 'ਤੇ ਹਮਲਾ ਹੋਇਆ ਸੀ, ਪਰ ਅਸਲ ਵਿੱਚ 4 ਜਹਾਜ਼ਾਂ ਨੂੰ ਹਾਈਜੈਕ ਕੀਤਾ ਗਿਆ ਸੀ, ਜਿਨ੍ਹਾਂ ਨੂੰ ਆਤਮਘਾਤੀ ਹਮਲਿਆਂ ਲਈ ਵਰਤਿਆ ਗਿਆ ਸੀ। ਡੈਂਡੀ ਅਮਰੀਕਾ 'ਤੇ ਹੋਏ ਇਹਨਾਂ ਹਵਾਈ
ਹਮਲਿਆਂ ਨੇ ਅਮਰੀਕਾ ਦੇ ਉੱਚ ਸੁਰੱਖਿਆ ਪ੍ਰਣਾਲੀ, ਫੌਜ, ਪੁਲਿਸ, ਇੰਟੈਲੀਜੈਂਸ ਏਜੰਸੀਆਂ ਨੂੰ ਮੂਕ ਦਰਸ਼ਕ ਬਣਾ ਕੇ ਰੱਖ ਦਿੱਤਾ ਸੀ, ਜੋ ਕਿ ਇੱਕ ਹਮਲੇ ਤੋਂ ਬਾਅਦ ਦੇ 3 ਸੰਭਾਵੀ ਹਮਲਿਆਂ ਨੂੰ ਰੋਕ ਨਾ ਸਕੇ। ਡੰਡੀ ਗੱਲ ਹੈ 2 ਦਹਾਕੇ ਪਹਿਲਾਂ ਦੀ। 11 ਸਤੰਬਰ 2001 ਨੂੰ ਅਮਰੀਕਾ ਵਿੱਚ ਆਮ ਵਾਂਗ ਦਿਨ ਚੜ੍ਹਿਆ ਸੀ, ਪਰ ਕਿਸੇ ਨੂੰ ਇਹ ਖਬਰ ਨਹੀਂ ਸੀ ਕਿ ਕੁਝ ਘੰਟੇ ਬਾਅਦ ਹੀ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣ ਬੈਠੇ ਅਮਰੀਕਾ 'ਤੇ ਪਲਾਂ ਵਿੱਚ ਹੀ ਵੱਖ-ਵੱਖ ਥਾਂ ਹਵਾਈ ਅੱਤਵਾਦੀ ਹਮਲੇ ਹੋ ਜਾਣਗੇ। ਡੰਡੀ ਜਿਨ੍ਹਾਂ ਨੂੰ ਰੋਕਣ ਵਿੱਚ ਅਮਰੀਕਾ ਦੀ ਇੰਟੈਲੀਜੈਂਸ ਜਾਂ ਪੁਲਿਸ ਤੇ ਹਵਾਈ ਫੌਜ ਨਾਕਾਮ ਰਹਿਣਗੇ। ਡੰਡੀ 9 ਸਤੰਬਰ ਨੂੰ ਮਾਰੂ ਹਥਿਆਰਾਂ ਨਾਲ ਲੈਸ 19 ਅਲ-ਕਾਇਦਾ ਦੇ ਅੱਤਵਾਦੀਆਂ ਨੇ ਅਮਰੀਕਾ ਦੇ ਇਤਿਹਾਸ ਵਿੱਚ ਇੱਕ ਪੰਨਾ ਕਾਲਾ ਕਰ ਦਿੱਤਾ ਸੀ। ਡੰਡੀ ਇਹ ਸਾਰੇ ਹੀ ਵਿਅਕਤੀ ਵਧੀਆ ਤਕਨੀਕਾਂ ਦੇ ਮਾਹਰ ਸਨ। ਡੰਡੀ ਹਵਾਈ ਜਹਾਜ਼ ਨੂੰ ਉਡਾਉਣ ਅਤੇ ਉਸ ਨੂੰ ਪੂਰਨ ਤੌਰ 'ਤੇ ਕੰਟਰੋਲ ਕਰਨ ਦਾ ਪੂਰਨ ਅਭਿਆਸ ਉਹਨਾਂ ਕੋਲ ਸੀ। ਡੰਡੀ ਇਹਨਾਂ ਦਾ ਨਿਸ਼ਾਨਾ ਅਮਰੀਕਾ ਦੀਆਂ ਕੁਝ ਉਹ ਖਾਸ ਇਮਾਰਤਾਂ ਸਨ ਜੋ ਅਮਰੀਕਾ ਦੇ ਸੁਪਰੀਮ ਕੋਰਟ ਦਾ ਲੋਹਾ ਮਨਵਾਉਂਦੀਆਂ ਸਨ। ਡੰਡੀ ਅਕਸਰ ਸਾਰੇ ਹੀ ਦੇਸ਼ਾਂ ਦੀ ਸੈਨਾ ਸਮੇਂ-ਸਮੇਂ 'ਤੇ ਕੁਝ ਅਭਿਆਸੀ ਹਮਲੇ ਅਤੇ ਟੈਸਟ ਕਰਦੇ ਰਹਿੰਦੇ ਹਨ। ਉਸ ਦਿਨ ਵੀ ਅਮਰੀਕਾ ਦੀ ਹਵਾਈ ਸੈਨਾ ਵੱਲੋਂ ਅਭਿਆਸੀ ਕਸਰਤਾਂ ਕੀਤੀਆਂ ਜਾਣੀਆਂ ਸਨ ਤਾਂ ਜੋ ਸੰਭਾਵਿਤ ਖਤਰਿਆਂ ਤੋਂ ਬਚਿਆ ਜਾ ਸਕੇ। ਡੰਡੀ 11 ਸਤੰਬਰ 2001 ਨੂੰ 19 ਅੱਤਵਾਦੀ ਕਈ ਗਰੁੱਪਾਂ ਵਿੱਚ ਵੰਡੇ ਹੋਏ ਸਨ। ਜਿਸ ਗਰੁੱਪ ਨੇ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ 'ਤੇ ਹਮਲਾ ਕਰਨਾ ਸੀ, ਉਹ 5 ਮੈਂਬਰਾਂ ਦੇ ਗਰੁੱਪ ਨਾਲ ਬੋਸਟਨ ਗੋਲਨ ਹਵਾਈ ਅੱਡੇ 'ਤੇ ਪੁੱਜੇ। ਡੰਡੀ ਇਹ ਅੱਤਵਾਦੀ ਲਾਸ ਏਂਜਲਸ ਜਾ ਰਹੇ ਜਹਾਜ਼ ਵਿੱਚ ਕਿਸੇ ਤਰੀਕੇ ਆਪਣੇ ਆਪ ਨੂੰ ਬੁੱਕ ਕਰਵਾ ਚੁੱਕੇ ਸਨ। ਡੰਡੀ ਇਹ ਬਹੁਤ ਕੁਸ਼ਲ ਅਤੇ ਚੁਸਤ ਤਰੀਕੇ ਨਾਲ ਹਵਾਈ ਅੱਡੇ ਦੇ 45 ਕਾਊਂਟਰ 'ਤੇ ਪੁੱਜੇ ਸਨ, ਪਰ ਫਿਰ ਵੀ ਅਮਰੀਕੀ ਹਵਾਈ ਅੱਡੇ ਦੇ ਸੁਰੱਖਿਆ ਦਸਤੇ ਨੂੰ ਇਹਨਾਂ ਵਿੱਚੋਂ 3 ਦੀ ਸ਼ੱਕ ਦੇ ਆਧਾਰ 'ਤੇ ਦੁਬਾਰਾ ਜਾਂਚ ਕੀਤੀ ਗਈ, ਪਰ ਸਾਰੇ ਹੀ ਇਸ ਜਾਂਚ ਵਿੱਚ ਪਾਸ ਹੋ ਗਏ ਅਤੇ ਇਹ ਅੱਤਵਾਦੀ ਅਗਲੇ ਹੀ ਪਲਾਂ ਵਿੱਚ ਫਲਾਈਟ 11  'ਤੇ ਸਵਾਰ ਹੋ ਗਏ ਅਤੇ ਜਹਾਜ਼ ਨੇ ਲਾਸ ਏਂਜਲਸ ਜਾਣ ਲਈ ਸਵੇਰੇ 7:59 'ਤੇ ਉਡਾਨ ਭਰ ਲਈ ਸੀ। ਡੰਡੀ ਕੁਝ ਸਮੇਂ ਬਾਅਦ ਹੀ ਜਹਾਜ਼ ਵਿੱਚ ਇਹਨਾਂ ਅੱਤਵਾਦੀਆਂ ਨੇ ਪਾਇਲਟਾਂ 'ਤੇ ਹਮਲਾ ਕਰਕੇ ਜਹਾਜ਼ ਦੀ ਕਮਾਂਡ ਆਪਣੇ ਹੱਥਾਂ ਵਿੱਚ ਲੈ ਲਈ ਸੀ ਅਤੇ ਫਲਾਈਟ 11 ਨੂੰ ਪੂਰਨ ਤੌਰ 'ਤੇ ਹਾਈਜੈਕ ਕਰ ਲਿਆ ਸੀ। ਡੰਡੀ ਕਿਸੇ ਵੀ ਦੇਸ਼ ਦੇ ਅਸਮਾਨ ਵਿੱਚ ਕਮਰਸ਼ੀਅਲ ਅਤੇ ਹੋਰ ਕਿਸਮਾਂ ਦੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਜਹਾਜ਼ ਹੁੰਦੇ ਹਨ, ਜਿਨ੍ਹਾਂ ਨੂੰ ਉਸ ਦੇਸ਼ ਦਾ ਏਅਰ ਕੰਟਰੋਲ ਟ੍ਰੈਫਿਕ ਅਮਲਾ ਪਲ-ਪਲ ਕੰਟਰੋਲ ਕਰ ਰਿਹਾ ਹੁੰਦਾ ਹੈ। ਡੰਡੀ ਉਸ ਦਿਨ ਅਮਰੀਕਾ ਦੇ ਆਸਮਾਨ ਵਿੱਚ ਵੀ 5 ਤੋਂ ਜ਼ਿਆਦਾ ਫਲਾਈਟਾਂ ਉੱਡ ਰਹੀਆਂ ਸਨ। ਡੰਡੀ 18:14 'ਤੇ ਬੋਸਟਨ ਏਅਰ ਟ੍ਰੈਫਿਕ ਕੰਟਰੋਲ ਦਾ ਇਸ ਜਹਾਜ਼ ਨਾਲੋਂ ਸੰਪਰਕ ਟੁੱਟ ਗਿਆ। ਡੰਡੀ ਇਸ ਨਾਲ 10 ਮਿੰਟ ਤੱਕ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਕੋਈ ਸੰਪਰਕ ਨਾ ਹੋਇਆ। ਡੰਡੀ ਕੁਝ ਮਿੰਟ ਬਾਅਦ ਏਅਰ ਟ੍ਰੈਫਿਕ
ਕੰਟਰੋਲ ਦਫ਼ਤਰ ਦੇ ਅਮਲੇ ਨੇ ਇਸ ਜਹਾਜ਼ ਵਿੱਚੋਂ ਇੱਕ ਸੰਦੇਸ਼ ਸੁਣਿਆ ਜਿਸ ਨੂੰ ਸ਼ੱਕ ਦੇ ਆਧਾਰ 'ਤੇ ਜਾਂਚਿਆ ਗਿਆ। ਡੰਡੀ ਅਮਲੇ ਨੂੰ ਜਹਾਜ਼ ਦੀਆਂ ਹਰਕਤਾਂ ਤੋਂ ਇਹ ਪਤਾ ਲੱਗ ਚੁੱਕਾ ਸੀ ਕਿ ਫਲਾਈਟ 11 ਹਾਈਜੈਕ ਹੋ ਚੁੱਕੀ ਹੈ। ਡੰਡੀ ਸਵੇਰੇ 8:28 ਵਜੇ ਇਸ ਦੀ ਖਬਰ ਸਾਰੀਆਂ ਉਡਾਨਾਂ ਨੂੰ ਕੰਟਰੋਲ ਕਰ ਰਹੇ ਅਫਸਰ ਬੈਨ ਸਲਾਈਨੀ ਨੂੰ ਦਿੱਤੀ ਅਤੇ ਦੱਸਿਆ ਕਿ ਇਹ ਉਡਾਨ ਹਾਈਜੈਕ ਹੋ ਗਈ ਹੈ। ਡੰਡੀ ਇਸ ਖਬਰ ਨਾਲ ਅਜੇ ਸਾਰਿਆਂ ਨੇ ਹਰਕਤ ਵਿੱਚ ਆਉਣਾ ਸ਼ੁਰੂ ਹੀ ਕੀਤਾ ਸੀ ਕਿ ਉਦੋਂ ਤੱਕ 18:46 'ਤੇ ਉਡਾਨ 11 ਅਮਰੀਕਾ ਦੀ ਆਸਮਾਨ ਛੂਹੰਦੀ ਇਮਾਰਤ ਵਰਲਡ ਟਰੇਡ ਸੈਂਟਰ ਦੇ ਉੱਤਰੀ ਟਾਵਰ ਦੀ 93 ਤੋਂ 99 ਮੰਜ਼ਲ ਦੇ ਵਿਚਕਾਰ ਟਕਰਾ ਗਈ। ਡੰਡੀ ਇਸ ਨਾਲ ਪੂਰੇ ਅਮਰੀਕਾ ਵਿੱਚ ਹਾਹਾਕਾਰ ਮਚ ਗਈ। ਡੰਡੀ ਸਭ ਇਸ ਹਮਲੇ ਤੋਂ ਬਹੁਤ ਜ਼ਿਆਦਾ ਹੈਰਾਨ ਸਨ। ਡੰਡੀ ਕਿਸੇ ਨੂੰ ਇਹ ਵੀ ਸਮਝ ਨਾ ਆਇਆ ਕਿ ਇੱਕਦਮ ਇਹ ਕੀ ਹੋ ਗਿਆ ਹੈ। ਡੰਡੀ ਦੂਜੇ ਪਾਸੇ ਇੱਕ ਹੋਰ ਜਹਾਜ਼ ਯੂਨਾਈਟਿਡ ਏਅਰਲਾਈਨ 175 ਦੇ ਲਾਪਤਾ ਹੋਣ ਕਾਰਨ ਖਤਰਾ ਹੋਰ ਵੱਧ ਰਿਹਾ ਸੀ, ਜਿਸ ਦਾ ਸੰਪਰਕ ਏਅਰ ਕੰਟਰੋਲ ਟ੍ਰੈਫਿਕ ਅਮਲੇ ਨਾਲੋਂ ਟੁੱਟ ਗਿਆ ਸੀ ਅਤੇ ਕੋਈ ਵੀ ਜਵਾਬ ਨਹੀਂ ਸੀ ਆ ਰਿਹਾ, ਜੋ ਕਿ ਆਪਣੇ ਰੂਟ ਤੋਂ ਭਟਕ ਕੇ ਬੇਕਾਬੂ ਹੋ ਕੇ ਅਸਮਾਨ ਵਿੱਚ ਘੁੰਮ ਰਿਹਾ ਸੀ। ਡੰਡੀ ਤੁਰੰਤ ਹੋਰ ਹਮਲਾ ਨਾ ਹੋ ਸਕੇ ਇਸ ਨੂੰ ਲੱਭਣ ਲਈ F-15 ਫਾਈਟਰਾਂ ਨੂੰ ਵੀ ਰਵਾਨਾ ਕੀਤਾ ਗਿਆ ਸੀ। ਡੰਡੀ ਪਰ 5000 ਉੱਡ ਰਹੀਆਂ ਉਡਾਨਾਂ ਵਿੱਚ ਸੰਪਰਕ ਟੁੱਟੀ ਫਲਾਈਟ ਨੂੰ ਲੱਭਣ ਵਿੱਚ ਅਜੇ ਕੁਝ ਸਮਾਂ ਲੱਗਣਾ ਸੀ। ਡੰਡੀ ਇਸ ਤੋਂ ਪਹਿਲਾਂ ਕਿ ਇਹ ਉਡਾਨ ਲੱਭ ਸਕਦੀ, ਉਸ ਤੋਂ ਪਹਿਲਾਂ ਹੀ ਅੱਤਵਾਦੀ ਇਸ ਨੂੰ ਆਪਣੇ ਨਿਸ਼ਾਨੇ 'ਤੇ ਲੈ ਪੁੱਜੇ ਅਤੇ ਇਹ ਫਲਾਈਟ 175 ਵੀ 9.03 ਮਿੰਟ 'ਤੇ ਵਰਲਡ ਟਰੇਡ ਸੈਂਟਰ ਦੇ ਦੱਖਣੀ ਟਾਵਰ ਨਾਲ ਟਕਰਾ ਗਈ। ਡੰਡੀ ਲਗਾਤਾਰ ਦੂਜੇ ਹੋਏ ਇਸ ਹਮਲੇ ਨਾਲ ਪੂਰੀ ਦੁਨੀਆ ਕੰਬ ਗਈ ਸੀ। ਡੰਡੀ 9.59 ਮਿੰਟ ਤੱਕ ਦੋਵੇਂ ਇਮਾਰਤਾਂ ਢਹਿ ਕੇ ਤਬਾਹ ਹੋ ਚੁੱਕੀਆਂ ਸਨ। ਡੰਡੀ ਹਮਲੇ ਨੂੰ ਰੋਕਣ ਲਈ ਅਮਰੀਕਾ ਦੀ ਫੌਜ ਅਤੇ ਇੰਟੈਲੀਜੈਂਸ ਹਰ ਕਿਸਮ ਦਾ ਕਦਮ ਚੁੱਕ ਰਹੀਆਂ ਸਨ। ਡੰਡੀ 2 ਹਮਲਿਆਂ ਤੋਂ ਬਾਅਦ ਮੁਸ਼ਕਲਾਂ ਉਦੋਂ ਹੋਰ ਵੱਧ ਗਈਆਂ ਜਦੋਂ ਇਸ ਸਭ ਦੇ ਚੱਲਦਿਆਂ ਏਅਰ ਕੰਟਰੋਲ ਅਮਲੇ ਨੂੰ ਤੀਜੇ ਜਹਾਜ਼ ਫਲਾਈਟ 77 ਦੀਆਂ ਹਰਕਤਾਂ 'ਤੇ ਸ਼ੱਕ ਪਿਆ, ਜੋ ਕਿ ਆਪਣੀ ਮੰਜ਼ਿਲ ਤੋਂ ਭਟਕ ਗਿਆ ਸੀ ਅਤੇ ਆਪਣਾ ਟਰਾਂਸਪੋਂਡਰ ਕੋਡ ਵੀ ਬਦਲ ਚੁੱਕਾ ਸੀ। ਡੰਡੀ ਇਹ ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵੱਲ ਵਧ ਰਿਹਾ ਸੀ। ਡੰਡੀ ਇਸ ਹਮਲੇ ਨੂੰ ਅਮਰੀਕਨ ਫੌਜ ਰੋਕ ਸਕਦੀ। ਇਹ ਅਮਰੀਕਨ ਏਅਰਲਾਈਨ ਫਲਾਈਟ 77 ਸਵੇਰੇ 9.37 'ਤੇ ਵਾਸ਼ਿੰਗਟਨ ਵਿੱਚ ਡਿਫੈਂਸ ਹੈੱਡਕੁਆਰਟਰ ਨਾਲ ਟਕਰਾ ਗਈ। ਡੰਡੀ ਇਸ ਤੀਜੇ ਹਮਲੇ ਨੇ ਪੂਰੇ ਅਮਰੀਕਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ। ਡੰਡੀ ਤੁਰੰਤ ਹਰਕਤ ਵਿੱਚ ਆ ਕੇ ਇਸ ਤੋਂ ਬਾਅਦ ਬੈਨ ਸਲਾਈਨੀ ਨੇ ਸਾਰੀਆਂ ਉੱਡ ਰਹੀਆਂ ਉਡਾਨਾਂ ਨੂੰ ਥੱਲੇ ਉਤਰ ਜਾਣ ਲਈ ਸਟਾਪ ਆਰਡਰ ਜਾਰੀ ਕੀਤਾ, ਜਿਸ ਨਾਲ ਸਭ ਨੂੰ ਨੇੜਲੇ ਹਵਾਈ ਅੱਡੇ 'ਤੇ ਉਤਰਨ ਲਈ ਕਿਹਾ ਗਿਆ। ਡੰਡੀ ਇਸ ਤਰ੍ਹਾਂ ਜਦੋਂ 3 ਹਮਲਿਆਂ ਨੇ ਅਮਰੀਕਾ ਨੂੰ ਦਹਿਲਾ ਦਿੱਤਾ ਸੀ, ਉਦੋਂ ਹੀ ਇੱਕ ਹੋਰ ਉਡਾਨ ਯੂਨਾਈਟਿਡ 93 ਦੇ ਹਾਈਜੈਕ ਹੋਣ ਦੀ ਖਬਰ ਮਿਲੀ, ਜੋ ਕਿ ਸਾਨ ਫਰਾਂਸਿਸਕੋ ਜਾ ਰਹੀ ਸੀ। ਡੰਡੀ
ਇਹ ਜਹਾਜ਼ ਵੀ ਆਪਣੀ ਮੰਜ਼ਿਲ ਤੋਂ ਵੱਖਰੇ ਰਸਤੇ 'ਤੇ ਵਾਸ਼ਿੰਗਟਨ ਡੀਸੀ ਵੱਲ ਜਾ ਰਿਹਾ ਸੀ, ਪਰ ਖੁਸ਼ਕਿਸਮਤੀ ਨਾਲ ਮੁਸਾਫਰਾਂ ਤੇ ਅਮਲੇ ਦੇ ਮੈਂਬਰਾਂ ਦੇ ਸਹਿਯੋਗ ਨਾਲ ਇਸ ਨੂੰ ਹਮਲੇ ਲਈ ਵਰਤਣ ਦੀ ਕੋਸ਼ਿਸ਼ ਨੂੰ ਅਸਫਲ ਕਰ ਦਿੱਤਾ ਗਿਆ ਤੇ ਇਹ ਜਹਾਜ਼ ਵਾਸ਼ਿੰਗਟਨ ਡੀਸੀ ਤੋਂ ਥੋੜ੍ਹੀ ਦੂਰ ਹੀ ਖੇਤਾਂ ਵਿੱਚ ਡਿੱਗ ਕੇ ਤਬਾਹ ਹੋ ਗਿਆ ਅਤੇ ਇਸ ਵਿੱਚ ਸਵਾਰ ਸਾਰੇ 44 ਵਿਅਕਤੀ ਮਾਰੇ ਗਏ। ਡੰਡੀ ਇਹਨਾਂ 4 ਹਮਲਿਆਂ ਨੇ ਪੂਰੇ ਅਮਰੀਕਨ ਸਿਸਟਮ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਸੀ। ਡੰਡੀ 2002 ਵਿੱਚ ਅਮਰੀਕਾ ਦੇ ਰਾਸ਼ਟਰਪਤੀ ਨੇ 9/11 ਕਮਿਸ਼ਨ ਦਾ ਗਠਨ ਕੀਤਾ ਅਤੇ ਜੌਨ ਫਾਰਮਰ ਨੂੰ ਇਸ ਹਮਲੇ ਦੇ ਪੂਰਨ ਤੌਰ 'ਤੇ ਅਧਿਐਨ ਕਰਕੇ ਸਿੱਟਾ ਕੱਢਣ ਦਾ ਕੰਮ ਸੌਂਪਿਆ ਗਿਆ। ਡੰਡੀ ਉਹਨਾਂ ਨੇ ਪਤਾ ਕੀਤਾ ਕਿ ਸੂਤਰਾਂ ਅਨੁਸਾਰ ਅਮਰੀਕਾ ਦੇ FBI ਵੱਲੋਂ 14 ਦਿਨ ਪਹਿਲਾਂ ਵੀ ਸੰਭਾਵਿਤ ਖਤਰਿਆਂ ਦੀ ਆਸ਼ੰਕਾ ਜਤਾਈ ਸੀ ਕਿ ਅਲ-ਕਾਇਦਾ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਵਾ ਸਕਦਾ ਹੈ। ਡੰਡੀ 1 ਸਾਲ ਪਹਿਲਾਂ ਵੀ ਕੁਝ ਸਬੂਤ ਮਿਲੇ ਸਨ ਜਿਨ੍ਹਾਂ ਨੂੰ ਅਣਗੌਲਿਆਂ ਕੀਤਾ ਗਿਆ ਕਹਿ ਸਕਦੇ ਹਾਂ। ਡੰਡੀ 1 ਘੰਟਾ ਅਤੇ 42 ਮਿੰਟ ਵਿੱਚ ਇਹਨਾਂ ਹਮਲਿਆਂ ਨੇ ਪੂਰੀ ਦੁਨੀਆ ਨੂੰ ਹੈਰਾਨ ਪਰੇਸ਼ਾਨ ਕਰ ਦਿੱਤਾ ਸੀ। ਡੰਡੀ ਬਾਅਦ ਵਿੱਚ ਅਮਰੀਕਾ ਨੇ 72 ਘੰਟੇ ਵਿੱਚ ਹੀ ਪਤਾ ਲਗਾ ਲਿਆ ਸੀ ਕਿ ਇਹਨਾਂ ਹਮਲਿਆਂ ਵਿੱਚ 19 ਵਿਅਕਤੀ ਸ਼ਾਮਲ ਸਨ। ਡੰਡੀ ਕਿਉਂਕਿ ਮੁੱਖ ਅੱਤਵਾਦੀ ਮੁਹੰਮਦ ਅਤਾ ਆਪਣਾ ਬੈਗ ਏਅਰਪੋਰਟ 'ਤੇ ਭੁੱਲ ਗਿਆ ਸੀ, ਜਿਸ ਤੋਂ ਬਹੁਤ ਹੀ ਅਹਿਮ ਜਾਣਕਾਰੀਆਂ ਪ੍ਰਾਪਤ ਹੋਈਆਂ ਸਨ। ਡੰਡੀ ਇਹ ਸਭ ਉਸਾਮਾ ਬਿਨ ਲਾਦੇਨ ਦੇ ਸੰਪਰਕ ਵਾਲੇ ਵਿਅਕਤੀ ਸਨ ਜੋ ਕਿ ਆਤਮਘਾਤੀ ਬਣ ਕੇ ਅਮਰੀਕੀ ਜਹਾਜ਼ਾਂ ਰਾਹੀਂ ਨਿਸ਼ਚਿਤ ਅਹਿਮ ਥਾਵਾਂ 'ਤੇ ਹਮਲੇ ਕਰਨ ਆਏ ਸਨ। ਡੰਡੀ ਜੇਕਰ ਅਸੀਂ ਸਹੀ ਅਰਥਾਂ ਵਿੱਚ ਨੈਤਿਕਤਾ ਭਰਪੂਰ ਜੀਵਨ ਗੁਜ਼ਾਰ ਲਈਏ ਤਾਂ ਸੰਸਾਰ ਜੇਤੂ ਹੀ ਨਹੀਂ ਆਤਮ ਜੇਤੂ ਵੀ ਬਣ ਜਾਵੇਗਾ। ਡੰਡੀ ਦੁੱਖ ਤਾਂ ਇਸ ਗੱਲ ਦਾ ਹੈ ਕਿ ਅੱਜ ਕੁਰਸੀ ਅਤੇ ਧਨ ਦੌਲਤ ਦੀ ਦੌੜ ਵਿੱਚ ਨੈਤਿਕਤਾ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਗਿਆ ਹੈ। ਡੰਡੀ ਸਭ ਪਾਸੇ ਇਸ ਦੀ ਉਲੰਘਣਾ ਹੋ ਰਹੀ ਹੈ। ਡੰਡੀ ਇਸੇ ਨੇ ਸਮਾਜ ਨੂੰ ਪਤਨ ਵੱਲ ਧੱਕ ਦਿੱਤਾ ਹੈ। ਡੰਡੀ ਨੈਤਿਕਤਾ ਦਾ ਮਹੱਤਵਪੂਰਨ ਪਹਿਲੂ ਹੈ ਕਿ ਸਹੀ ਨੂੰ ਸਹੀ ਸਮਝੀਏ ਅਤੇ ਗਲਤ ਨੂੰ ਗਲਤ। ਡੰਡੀ ਗਾਂਧੀ ਜੀ ਦੇ 3 ਬਾਂਦਰਾਂ ਦੀ ਸਿੱਖਿਆ ਵੀ ਨੈਤਿਕਤਾ ਦੀ ਸਾਰਥਿਕ ਵਿਆਖਿਆ ਕਰਦੀ ਹੈ ਕਿ ਬੁਰਾ ਨਾ ਦੇਖੋ, ਬੁਰਾ ਨਾ ਕਹੋ, ਬੁਰਾ ਨਾ ਸੁਣੋ। ਡੰਡੀ ਗੀਤਾ ਵਿੱਚ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਅਰਜਨ ਨੂੰ ਕਿਹਾ ਹੈ, ਭੈ ਦੀ ਘਾਟ, ਅੰਦਰਲੀ ਨਿਰਮਲਤਾ, ਸਰਲਤਾ, ਅਹਿੰਸਾ, ਸੱਚ, ਤਿਆਗ, ਖੋਟੀ ਨਜ਼ਰ ਦੀ ਕਮੀ ਨੈਤਿਕ ਪੁਰਸ਼ ਦੇ ਲੱਛਣ ਹਨ। ਡੰਡੀ ਸਿਧਾਂਤ ਸ਼ਾਸਤਰ, ਉਪਦੇਸ਼, ਪ੍ਰਵਚਨ, ਸਾਹਿਤ, ਅਨੁਸ਼ਾਸਨ ਇਹ ਸਾਰੇ ਜੀਵਨ ਦਾ ਦਰਸ਼ਨ ਤਾਂ ਦੇ ਸਕਦੇ ਹਨ ਪਰ ਆਚਰਣ ਨਹੀਂ। ਡੰਡੀ ਨੈਤਿਕਤਾ ਆਚਰਣ ਹੈ ਜਿਸ ਨੂੰ ਸਿਰਫ ਖੁਦ ਮਾਣਿਆ ਜਾ ਸਕਦਾ ਹੈ। ਡੰਡੀ ਨੈਤਿਕਤਾ ਜੀਵਨ ਦਾ ਹਿੱਸਾ ਹੈ। ਡੰਡੀ ਨੈਤਿਕਤਾ ਮੁਖੌਟਾ ਨਹੀਂ, ਪ੍ਰਦਰਸ਼ਨ ਨਹੀਂ ਅਤੇ ਪ੍ਰਤੀਕਰਮ ਵੀ ਨਹੀਂ ਹੈ। ਡੰਡੀ ਨੈਤਿਕਤਾ ਉਸੇ ਪ੍ਰਗਟਾਵੇ ਦਾ ਨਾਮ ਹੈ ਜੋ ਸੱਚਮੁੱਚ ਅਸੀਂ ਹਾਂ। ਡੰਡੀ ਸਾਡੇ ਧਰਮ ਗੁਰੂਆਂ, ਸੰਤਾਂ, ਰਿਸ਼ੀਆਂ ਮੁਨੀਆਂ ਨੇ ਸਵਰਗ ਅਤੇ ਨਰਕ ਦੀ ਜੋ ਕਲਪਨਾ ਕੀਤੀ ਸੀ ਉਹ ਕਿਸੇ ਹੋਰ ਲੋਕ ਵਿੱਚ ਨਹੀਂ ਸਗੋਂ ਮਨੁੱਖ ਦੇ ਜੀਵਨ ਵਿੱਚ ਮੌਜੂਦ ਹਨ। ਡੰਡੀ
ਨੈਤਿਕ ਗੁਣਾਂ ਵਾਲੇ ਹਰ ਇਨਸਾਨ ਦਾ ਜੀਵਨ ਸੁੱਖ ਸ਼ਾਂਤੀ ਅਤੇ ਸਬਰ ਦਾ ਭੰਡਾਰ ਹੁੰਦਾ ਹੈ। ਡੰਡੀ ਸ਼ਾਨਦਾਰ ਅਤੇ ਸਾਦਗੀ ਭਰੇ ਵਿਚਾਰਾਂ ਅਤੇ ਸੱਚੇ ਧਰਮ ਦਾ ਪ੍ਰਤੀਕ ਹੈ। ਨੈਤਿਕ ਜੀਵਨ ਡੰਡੀ ਜਦ ਅਸੀਂ ਅਨੈਤਿਕ ਹੋਵਾਂਗੇ ਤਾਂ ਸਾਡਾ ਜੀਵਨ ਵੀ ਨਰਕ ਬਣ ਜਾਵੇਗਾ, ਜਿਸ ਵਿੱਚ ਤਣਾਅ ਦਾ ਬੋਝ ਹੋਵੇਗਾ, ਚਿੰਤਾਵਾਂ ਬੇਰੋਕ ਟੋਕ ਵੱਧਦੀਆਂ ਜਾਣਗੀਆਂ, ਦੁਰਾਚਾਰਾਂ ਦੀ ਬਲਦੀ ਅੱਗ ਹੋਵੇਗੀ। ਡੰਡੀ ਨੈਤਿਕ ਬਣਨ ਦਾ ਮਤਲਬ ਹੋਵੇਗਾ ਇੱਕ ਉੱਨਤ ਤੇ ਸੁੱਖ ਸ਼ਾਂਤੀ ਵਾਲਾ ਸਮਾਜ, ਜੋ ਇਸ ਯੁੱਗ ਦੀ ਜ਼ਰੂਰਤ ਹੈ। ਡੰਡੀ ਅਸੀਂ ਉਹਨਾਂ ਨਕਸ਼ੇ ਕਦਮਾਂ 'ਤੇ ਚੱਲੀਏ ਜੋ ਸਾਡੀ ਜੀਵਨ ਸ਼ਕਤੀ ਨੂੰ ਭਰੋਸਾ ਦੇਣ ਕਿ ਸਾਡੇ ਅੰਦਰ ਵੀ ਨੈਤਿਕਤਾ ਦੀ ਬੇਅੰਤ ਤਾਕਤ ਹੈ। ਡੰਡੀ ਅਥਾਹ ਹੌਸਲਾ ਅਤੇ ਬਹਾਦਰੀ ਹੈ। ਡੰਡੀ ਚਾਨਣ ਖੁਦ 'ਚ ਸੱਚ ਹੈ ਅਤੇ ਨੈਤਿਕਤਾ ਸਭ ਤੋਂ ਵੱਡਾ ਚਾਨਣ ਹੈ। ਡੰਡੀ ਨੈਤਿਕਤਾ ਸਦਕਾ ਹੀ ਕੋਈ ਸਮਾਜ ਸਹੀ ਮਾਇਨਿਆਂ 'ਚ ਵਿਕਾਰਾਂ ਤੋਂ ਉੱਪਰ ਉੱਠ ਸਕਦਾ ਹੈ। ਡੰਡੀ ਬਹੁਜਨ ਸਮਾਜ ਪਾਰਟੀ ਸੁਪਰੀਮੋ ਕੁਮਾਰੀ ਮਾਇਆਵਤੀ ਦੇ ਇਸ ਐਲਾਨ ਨਾਲ ਬਹੁਤ ਉਤਸ਼ਾਹਿਤ ਨਹੀਂ ਹੋਇਆ ਜਾ ਸਕਦਾ ਕਿ ਇਸ ਵਾਰ ਉਹ ਆਜ਼ਮਗੜ੍ਹ ਮੰਡਲ ਦੀ ਮਊ ਵਿਧਾਨ ਸਭਾ ਸੀਟ ਤੋਂ ਮਾਫੀਆ ਅਕਸ ਵਾਲੇ ਬਾਹੂਬਲੀ ਮੁਖਤਾਰ ਅੰਸਾਰੀ ਨੂੰ ਟਿਕਟ ਨਹੀਂ ਦੇਣਗੇ। ਡੰਡੀ ਇਹ ਸਥਾਨਕ ਸਿਆਸੀ ਸਮੀਕਰਨਾਂ ਵਿੱਚ ਬਦਲਾਅ ਦੇ ਕਾਰਨ ਮਜਬੂਰੀ ਵਿੱਚ ਕੀਤਾ ਗਿਆ ਹੈ। ਡੰਡੀ ਜੇਕਰ ਬਸਪਾ ਸਿਆਸਤ ਦੇ ਅਪਰਾਧੀਕਰਨ ਦੇ ਖਿਲਾਫ ਹੁੰਦੀ ਤਾਂ ਮੁਖਤਾਰ ਅੰਸਾਰੀ ਅੱਜ ਬਸਪਾ ਦਾ ਵਿਧਾਇਕ ਨਾ ਹੁੰਦਾ। ਡੰਡੀ ਪਿਛਲੀਆਂ ਚੋਣਾਂ ਵਿੱਚ ਜਦੋਂ ਉਹ ਬਸਪਾ ਦੀ ਟਿਕਟ 'ਤੇ ਚੋਣ ਮੈਦਾਨ ਵਿੱਚ ਉਤਰਿਆ ਸੀ ਤਾਂ ਵੀ ਮਾਫੀਆ ਦੇ ਅਕਸ ਵਾਲਾ ਹੀ ਸੀ। ਡੰਡੀ ਇਸ ਤੋਂ ਪਹਿਲਾਂ ਉਹ ਸਮਾਜਵਾਦੀ ਪਾਰਟੀ ਵਿੱਚ ਸੀ ਅਤੇ ਉਦੋਂ ਵੀ ਵਾਹਵਾ ਅਪਰਾਧਕ ਅਤੀਤ ਰੱਖਦਾ ਸੀ। ਡੰਡੀ ਸਿਆਸੀ ਪਾਰਟੀਆਂ ਕਿਸ ਤਰ੍ਹਾਂ ਅਪਰਾਧੀ ਇਤਿਹਾਸ ਵਾਲੇ ਅਨਸਰਾਂ ਨੂੰ ਸਹਾਰਾ ਦੇਣ ਦਾ ਕੰਮ ਕਰਦੀਆਂ ਹਨ, ਇਸ ਦਾ ਸਬੂਤ ਇਹ ਹੈ ਕਿ ਬਸਪਾ ਨੇ ਜਿਵੇਂ ਹੀ ਮੁਖਤਾਰ ਅੰਸਾਰੀ ਦੀ ਟਿਕਟ ਕੱਟਣ ਦਾ ਐਲਾਨ ਕੀਤਾ, ਉਸੇ ਵਕਤ AIMIM ਨੇ ਇਹ ਐਲਾਨ ਕਰ ਦਿੱਤਾ ਕਿ ਅੰਸਾਰੀ ਜਿੱਥੋਂ ਚਾਹੇ ਉੱਥੋਂ ਪਾਰਟੀ ਦਾ ਟਿਕਟ ਲੈ ਸਕਦਾ ਹੈ। ਡੰਡੀ ਸਮੱਸਿਆ ਸਿਰਫ ਇਹ ਨਹੀਂ ਹੈ ਕਿ ਅਪਰਾਧੀ ਪਿਛੋਕੜ ਅਤੇ ਅਕਸ ਵਾਲਿਆਂ ਨੂੰ ਸਿਆਸੀ ਪਾਰਟੀਆਂ ਗਲੇ ਲਾਉਂਦੀਆਂ ਹਨ। ਡੰਡੀ ਸਮੱਸਿਆ ਇਹ ਵੀ ਹੈ ਕਿ ਅਜਿਹੇ ਅਨਸਰ ਖੁਦ ਵੀ ਸਿਆਸੀ ਪਾਰਟੀਆਂ ਦਾ ਗਠਨ ਕਰਕੇ ਚੋਣ ਮੈਦਾਨ ਵਿੱਚ ਉਤਰਨ ਵਿੱਚ ਸਫਲ ਰਹਿੰਦੇ ਹਨ। ਡੰਡੀ ਖੁਦ ਮੁਖਤਾਰ ਅੰਸਾਰੀ ਕੌਮੀ ਏਕਤਾ ਦਲ ਨਾਂ ਦੀ ਪਾਰਟੀ ਬਣਾ ਚੁੱਕਾ ਹੈ। ਡੰਡੀ ਪਿਤਾ ਨਹੀਂ, ਹੁਣ ਉਹ ਕੀ ਕਰੇਗਾ, ਪਰ ਮਾਇਆਵਤੀ ਦੇ ਐਲਾਨ ਤੋਂ ਬਾਅਦ ਵੀ ਇਸ ਦੇ ਕਿਤੇ ਕੋਈ ਆਸਾਰ ਨਹੀਂ ਦਿਸ ਰਹੇ ਕਿ ਸਿਆਸਤ ਦੇ ਅਪਰਾਧੀਕਰਨ 'ਤੇ ਕੋਈ ਲਗਾਮ ਲੱਗੇਗੀ। ਡੰਡੀ ਉੱਤਰ ਪ੍ਰਦੇਸ਼, ਉੱਤਰਾਖੰਡ, ਪੰਜਾਬ ਅਤੇ ਮਣੀਪੁਰ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਗਿਣਤੀ ਵਿੱਚ ਅਜਿਹੇ ਉਮੀਦਵਾਰ ਨਜ਼ਰ ਆ ਸਕਦੇ ਹਨ ਜਿਨ੍ਹਾਂ ਨੂੰ ਦਾਗੀ ਜਾਂ ਅਪਰਾਧਕ ਸੁਭਾਅ ਵਾਲਾ ਕਿਹਾ ਜਾ ਸਕਦਾ ਹੈ। ਡੰਡੀ ਇਹ ਠੀਕ ਹੈ ਕਿ ਸਾਰੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਰਦੇ ਸਮੇਂ ਆਪਣੇ ਖਿਲਾਫ ਚੱਲ ਰਹੇ ਮਾਮਲਿਆਂ ਦੀ ਤਫਸੀਲ ਦੇਣੀ ਪੈਂਦੀ ਹੈ, ਪਰ ਜਾਤ, ਮਜ਼ਹਬ,
ਖੇਤਰ ਤੋਂ ਪ੍ਰਭਾਵਿਤ ਵੋਟਰ ਮੁਸ਼ਕਲ ਨਾਲ ਹੀ ਇਸ ਦਾ ਨੋਟਿਸ ਲੈਂਦੇ ਹਨ। ਡੈਂਡੀ ਨਤੀਜਾ ਇਹ ਹੈ ਕਿ ਲੋਕ ਸਭਾ ਤੋਂ ਲੈ ਕੇ ਵਿਧਾਨ ਸਭਾਵਾਂ ਵਿੱਚ ਦਾਗੀ ਅਕਸ ਵਾਲੇ ਬਹੁਤ ਸਾਰੇ ਨੁਮਾਇੰਦੇ ਨਜ਼ਰ ਆਉਂਦੇ ਹਨ। ਡੈਂਡੀ ਉਹਨਾਂ ਦੀ ਗਿਣਤੀ ਵਿੱਚ ਕੋਈ ਕਮੀ ਇਸ ਲਈ ਨਹੀਂ ਆ ਰਹੀ ਹੈ ਕਿਉਂਕਿ ਸਿਆਸੀ ਦਲ ਉਹਨਾਂ ਦਾ ਇਹ ਕਹਿ ਕੇ ਬਚਾਅ ਕਰਦੇ ਹਨ ਕਿ ਦੋਸ਼ ਸਿੱਧ ਹੋਣ ਤੱਕ ਹਰ ਕਿਸੇ ਨੂੰ ਨਿਰਦੋਸ਼ ਮੰਨਿਆ ਜਾਣਾ ਚਾਹੀਦਾ ਹੈ। ਡੈਂਡੀ ਇਹ ਹਲਕੇ ਪੱਧਰ ਦੀ ਦਲੀਲ ਸਿਆਸਤ ਦੇ ਅਪਰਾਧੀਕਰਨ ਨੂੰ ਉਤਸ਼ਾਹਿਤ ਕਰਨ ਦਾ ਹੀ ਕੰਮ ਕਰ ਰਹੀ ਹੈ। ਡੈਂਡੀ ਸਿਆਸੀ ਪਾਰਟੀਆਂ ਰਾਜਨੀਤੀ ਦੇ ਅਪਰਾਧੀਕਰਨ ਨੂੰ ਰੋਕਣ ਵਿੱਚ ਇਮਾਨਦਾਰ ਨਹੀਂ ਹਨ। ਇਸ ਦਾ ਸਬੂਤ ਚੋਣ ਕਮਿਸ਼ਨ ਦੇ ਉਸ ਪ੍ਰਸਤਾਵ ਦੀ ਅਣਦੇਖੀ ਹੈ ਕਿ ਗੰਭੀਰ ਦੋਸ਼ਾਂ ਨਾਲ ਘਿਰੇ ਉਹਨਾਂ ਲੋਕਾਂ ਦੇ ਚੋਣ ਲੜਨ 'ਤੇ ਰੋਕ ਲੱਗੇ ਜਿਨ੍ਹਾਂ ਖਿਲਾਫ ਦੋਸ਼ ਪੱਤਰ ਦਾਖਲ ਕਰ ਦਿੱਤੇ ਗਏ ਹੋਣ। ਡੈਂਡੀ ਕਿਉਂਕਿ ਸਿਆਸੀ ਪਾਰਟੀਆਂ ਨੂੰ ਇਹ ਪ੍ਰਸਤਾਵ ਰਾਸ ਨਹੀਂ ਆ ਰਿਹਾ ਹੈ, ਇਸ ਲਈ ਵਾਜਿਬ ਇਹ ਹੋਵੇਗਾ ਕਿ ਸੁਪਰੀਮ ਕੋਰਟ ਦਖਲ ਦੇਵੇ ਅਤੇ ਇਸ ਪ੍ਰਸਤਾਵ ਦੇ ਮੁਤਾਬਕ ਕਾਨੂੰਨ ਦਾ ਨਿਰਮਾਣ ਕਰਨ ਲਈ ਕਹੇ। ਡੈਂਡੀ ਚੰਗੇ ਅਕਸ ਵਾਲਿਆਂ ਨੂੰ ਜੇ ਸਿਆਸੀ ਪਾਰਟੀਆਂ ਉਮੀਦਵਾਰ ਬਣਾਉਣ ਤਾਂ ਅਪਰਾਧੀ ਪਿਛੋਕੜ ਵਾਲੇ ਲੋਕਾਂ ਦੀ ਘੁਸਪੈਠ ਰੋਕੀ ਜਾ ਸਕਦੀ ਹੈ। ਡੈਂਡੀ ਭਾਵਨਾ ਪ੍ਰਧਾਨ ਸਮਾਜ ਵਿੱਚ ਤਰਕ ਸ਼ਕਤੀ ਕਮਜ਼ੋਰ ਹੁੰਦੀ ਹੈ। ਡੰਡੀ ਭਾਰਤ ਵੀ ਇੱਕ ਭਾਵਨਾ ਪ੍ਰਧਾਨ ਦੇਸ਼ ਹੈ। ਡੰਡੀ ਲਿਹਾਜ਼ਾ ਇੱਥੇ ਆਮ ਜੀਵਨ ਦੀ ਗੱਲ ਹੋਵੇ, ਬੌਧਿਕ ਧਰਾਤਲ 'ਤੇ ਚਰਚਾ ਹੋਵੇ ਜਾਂ ਸੱਤਾ ਲਈ ਚੋਣ ਕਰਨੀ ਹੋਵੇ, ਕੁਝ ਦੇਰ ਬਾਅਦ ਤਰਕ ਦੀ ਜਗ੍ਹਾ ਭਾਵਨਾਵਾਂ ਲੈ ਲੈਂਦੀਆਂ ਹਨ। ਡੰਡੀ ਇਸ ਦਾ ਵਿਗੜਿਆ ਹੋਇਆ ਰੂਪ ਹੁੰਦਾ ਹੈ। ਤਰਕਹੀਣਤਾ ਜਿਸ ਵਿੱਚ ਭਾਵਨਾ ਦੀ ਪ੍ਰਧਾਨਤਾ ਤਰਕ ਦੇ ਹਰ ਪੈਮਾਨੇ ਨੂੰ ਦਰਕਿਨਾਰ ਕਰਦੀ ਹੋਈ ਆਪਣੇ ਆਪ ਨੂੰ ਸਹੀ ਸਿੱਧ ਕਰਨ ਦੀ ਕੋਸ਼ਿਸ਼ ਕਰਦੀ ਹੈ। ਡੰਡੀ ਅਸੀਂ ਮੰਨੀਏ ਜਾਂ ਨਾ, ਪਾਕਿਸਤਾਨੀ ਫੌਜ ਦੀ ਖੁੱਲ੍ਹੇਆਮ ਮਦਦ ਨਾਲ ਤਾਲਿਬਾਨ ਦੇ ਅਫਗਾਨਿਸਤਾਨ 'ਤੇ ਮੁੜ ਕਾਬਜ਼ ਹੋਣ ਤੋਂ ਬਾਅਦ ਦੁਨੀਆ ਦੇ ਛੋਟੇ ਵੱਡੇ ਮੁਲਕਾਂ ਦਾ ਕੂਟਨੀਤੀ ਦੀ ਭਾਸ਼ਾ ਵਿੱਚ ਦੇਖੋ ਤੇ ਉਡੀਕ ਕਰੋ ਦਾ ਭਾਵ ਸਭਿਅਤਾ ਨਾਲ ਜਿਉਣ ਦੀਆਂ ਸ਼ਰਤਾਂ ਦੇ ਮੂੰਹ 'ਤੇ ਤਮਾਚਾ ਹੈ। ਡੰਡੀ ਕਿਵੇਂ ਕੋਈ ਸੱਭਿਅਕ ਸਮਾਜ ਉਦੋਂ ਇੰਤਜ਼ਾਰ ਕਰੇਗਾ ਜਦ ਤਾਲਿਬਾਨ ਸਕੂਲਾਂ ਕਾਲਜਾਂ ਵਿੱਚ ਪੜ੍ਹਨ ਵਾਲੀਆਂ ਜਾਂ ਬਾਹਰ ਨਿਕਲਣ ਵਾਲੀਆਂ ਮਹਿਲਾਵਾਂ 'ਤੇ ਗੋਲੀਆਂ ਚਲਾ ਰਿਹਾ ਹੋਵੇ। ਡੰਡੀ ਮਲਾਲਾ ਯੂਸਫਜ਼ਾਈ ਨੂੰ ਵੀ ਤਾਂ ਤਹਿਰੀਕ-ਏ ਤਾਲਿਬਾਨ ਪਾਕਿਸਤਾਨ ਦੁਆਰਾ ਪਾਕਿਸਤਾਨ ਦੇ ਸਵਾਤ ਇਲਾਕੇ ਵਿੱਚ ਇਸੇ ਪੜ੍ਹਾਈ ਦੀ ਸਜ਼ਾ ਦਿੱਤੀ ਗਈ ਸੀ। ਡੰਡੀ ਅੱਜ 9 ਸਾਲ ਬਾਅਦ ਵੀ ਫਿਰ ਉਸ ਦੇ ਗਵਾਂਢੀ ਦੇਸ਼ ਵਿੱਚ ਔਰਤਾਂ ਉੱਥੇ ਹੀ ਖੜ੍ਹੀਆਂ ਹਨ ਤਾਂ ਫਿਰ ਮਲਾਲਾ ਨੂੰ ਨੋਬਲ ਪੁਰਸਕਾਰ ਦੇਣ ਦਾ ਮਕਸਦ ਕੀ ਸੀ? ਪ੍ਰਸ਼ਨ ਚਿੰਨ੍ਹ ਜਦ ਇਹ ਪੁਰਸਕਾਰ ਦਿੰਦੇ ਹੋ ਤਾਂ ਇਸ ਦਾ ਮਤਲਬ ਹੁੰਦਾ ਹੈ ਕਿ ਦੁਨੀਆ ਨੇ ਇਸਤਰੀ ਸਿੱਖਿਆ ਦੀ ਲਾਜ਼ਮੀਅਤ ਦਾ ਸਨਮਾਨ ਕੀਤਾ ਹੈ ਅਤੇ ਇੱਕ ਵਾਅਦਾ ਕੀਤਾ ਹੈ ਕਿ ਜਦ ਵੀ ਜ਼ਰੂਰਤ ਪਵੇਗੀ ਤਾਂ ਪੂਰੀ ਦੁਨੀਆ ਸਿੱਖਿਆ ਦੇ ਮੁੱਦੇ 'ਤੇ ਇਹਨਾਂ ਮਹਿਲਾਵਾਂ ਦੇ ਨਾਲ ਅਤੇ ਤਾਲਿਬਾਨੀ
ਸੋਚ ਦੇ ਖਿਲਾਫ ਖੜੀ ਹੋਵੇਗੀ ਡੰਡੀ। ਅਜਿਹੇ ਵਿੱਚ ਉਹ ਲੋਕ ਜਿਸ ਦੀ ਦੇਸ਼ ਵਿੱਚ ਮਕਬੂਲੀਅਤ ਉਹਨਾਂ ਦੇ ਫਨ ਅਤੇ ਉਹਨਾਂ ਦੀ ਬੌਧਿਕ ਸਮਰੱਥਾ ਕਾਰਨ ਹੋਵੇ, ਜਦ ਤਰਕ ਦਾ ਸਾਥ ਛੱਡ ਕੇ ਇੱਕ ਖਾਸ ਢੰਗ ਦੀ ਜਹਾਲਤ ਦਾ ਪ੍ਰਦਰਸ਼ਨ ਕਰਦੇ ਹਨ ਤਾਂ ਤਕਲੀਫ ਹੁੰਦੀ ਹੈ ਡੰਡੀ। ਉਦੋਂ ਲੱਗਦਾ ਹੈ ਕਿ ਪ੍ਰਗਟਾਵੇ ਦੀ ਆਜ਼ਾਦੀ ਦਾ ਇਹ ਬੇਵਜ੍ਹਾ ਇਸਤੇਮਾਲ ਹੈ ਡੰਡੀ ਕਿ ਤਾਲਿਬਾਨੀ ਸ਼ਾਸਨ ਵਿੱਚ ਵੀ ਇਹੀ ਸਭ ਕੁਝ ਬੋਲ ਕੇ ਲੋਕ ਚੈਨ ਨਾਲ ਰਹਿ ਸਕਦੇ ਹਨ। ਪ੍ਰਸ਼ਨ ਚਿੰਨ੍ਹ ਮੁੱਦਾ ਸੀ ਕਿ ਅਫਗਾਨਿਸਤਾਨ ਵਿੱਚ ਤਾਲਿਬਾਨੀ ਹਕੂਮਤ ਜਮਹੂਰੀ ਤਰੀਕੇ ਨਾਲ ਨਹੀਂ ਸਗੋਂ ਬੰਦੂਕ ਦੇ ਜ਼ੋਰ 'ਤੇ ਬਣਾਈ ਗਈ ਹੈ ਡੰਡੀ। ਜੇਕਰ ਕੋਈ ਆਪਣੇ ਆਪ ਨੂੰ ਸੱਭਿਅਕ ਕਹਿਣ ਵਾਲਾ ਵਿਅਕਤੀ, ਸੰਸਥਾ ਜਾਂ ਸੰਗਠਨ ਔਰਤਾਂ ਦੀ ਸਿੱਖਿਆ 'ਤੇ ਪਾਬੰਦੀ ਲਾਉਂਦਾ ਹੈ, ਉਹਨਾਂ ਨੂੰ ਮਰਦਾਂ ਵਰਗੇ ਹੱਕ ਨਹੀਂ ਦਿੰਦਾ, ਉਹਨਾਂ ਨੂੰ ਗੁਲਾਮਾਂ ਵਰਗਾ ਜੀਵਨ ਜਿਉਣ ਲਈ ਮਜਬੂਰ ਕਰਦਾ ਹੈ, ਇਲਾਕਾ ਜਿੱਤਣ 'ਤੇ ਔਰਤਾਂ ਨੂੰ ਲੜਾਈ ਦਾ ਤੋਹਫ਼ਾ ਸਮਝ ਕੇ ਭੋਗਣ ਦੀ ਵਸਤੂ ਸਮਝਦਾ ਹੈ ਅਤੇ ਲੋਕਾਂ ਨੂੰ ਆਪਣੇ ਅਨੁਸਾਰ ਜਿਉਣ ਲਈ ਮਜਬੂਰ ਕਰਦਾ ਹੈ, ਤਾਂ ਕਹਿ ਸਕਦੇ ਹਾਂ ਕਿ ਉਸ ਨੇ ਧਰਮ ਨੂੰ ਸਹੀ ਨਹੀਂ ਸਮਝਿਆ ਡੰਡੀ। ਇੱਕ ਲੰਬੀ ਕਸ਼ਮਕਸ਼ ਤੋਂ ਬਾਅਦ ਆਖਰਕਾਰ ਕਾਬੁਲ ਵਿੱਚ ਤਾਲਿਬਾਨ ਦੀ ਨਵੀਂ ਸਰਕਾਰ ਗਠਿਤ ਹੋ ਗਈ ਹੈ ਡੰਡੀ। ਇਸ ਅੰਤਰਿਮ ਸਰਕਾਰ ਦੇ ਗਠਨ ਦੇ ਨਾਲ ਹੀ ਤਾਲਿਬਾਨ ਦਾ ਅਕਸ ਸੁਧਾਰਨ ਦੀਆਂ ਸਭ ਕੋਸ਼ਿਸ਼ਾਂ 'ਤੇ ਪਾਣੀ ਫਿਰ ਗਿਆ ਹੈ ਡੰਡੀ। ਜੋ ਲੋਕ ਕਹਿ ਰਹੇ ਸਨ ਕਿ ਸਮੇਂ ਦੇ ਨਾਲ ਤਾਲਿਬਾਨ ਦਾ ਵਤੀਰਾ ਬਦਲ ਗਿਆ ਹੈ ਅਤੇ ਇਸ ਕਾਰਨ ਉਸ ਨੂੰ ਇੱਕ ਮੌਕਾ ਦਿੱਤਾ ਜਾਣਾ ਚਾਹੀਦਾ ਹੈ, ਉਹਨਾਂ ਦੀਆਂ ਦਲੀਲਾਂ ਵੀ ਬੇਦਮ ਸਾਬਤ ਹੋਈਆਂ ਹਨ ਡੰਡੀ। ਤਾਲਿਬਾਨ ਸਰਕਾਰ ਦੇ ਗਠਨ ਅਤੇ ਉਸ ਦੀਆਂ ਸਰਗਰਮੀਆਂ ਤੋਂ ਇਹੀ ਪ੍ਰਤੀਤ ਹੁੰਦਾ ਹੈ ਕਿ ਪੁਰਾਣੇ ਤਾਲਿਬਾਨ ਅਤੇ ਮੌਜੂਦਾ ਤਾਲਿਬਾਨ ਵਿੱਚ ਕੋਈ ਫਰਕ ਨਹੀਂ ਹੈ ਡੰਡੀ। ਆਖਰ ਜਿਸ ਸਰਕਾਰ ਦਾ ਮੁਖੀ ਮੁੱਲਾ ਹਸਨ ਅਖੁੰਦ ਵਰਗੇ ਲੋਕ ਹੋਣ, ਜਿਨ੍ਹਾਂ ਦੀ ਨਿਗਰਾਨੀ ਹੇਠ ਬਾਮਿਆਨ ਵਿੱਚ ਭਗਵਾਨ ਬੁੱਧ ਦੇ ਬੁੱਤ ਤੋੜੇ ਗਏ ਹੋਣ, ਜਾਂ ਫਿਰ ਜਿਸ ਸਰਕਾਰ ਵਿੱਚ ਗ੍ਰਹਿ ਮੰਤਰਾਲੇ ਦੀ ਕਮਾਨ ਉਸ ਸਿਰਾਜੁਦੀਨ ਹੱਕਾਨੀ ਦੇ ਹੱਥ ਵਿੱਚ ਹੋਵੇ, ਜੋ ਕੌਮਾਂਤਰੀ ਅੱਤਵਾਦੀ ਰਿਹਾ ਹੋਵੇ, ਤਾਂ ਉਸ ਤੋਂ ਭਲਾ ਚੰਗੇ ਸ਼ਾਸਨ ਦੀ ਉਮੀਦ ਕਿਵੇਂ ਕੀਤੀ ਜਾ ਸਕਦੀ ਹੈ? ਪ੍ਰਸ਼ਨ ਚਿੰਨ੍ਹ। ਤਾਲਿਬਾਨ ਮੱਧਕਾਲੀ ਕਬਾਇਲੀ ਵਿਚਾਰਧਾਰਾ ਨੂੰ ਅਪਣਾਏ ਹੋਏ ਹਨ, ਜਿਸ ਤਹਿਤ ਹਰ ਬਾਹੂਬਲੀ ਕਮਜ਼ੋਰ ਲੋਕਾਂ ਨੂੰ ਦੱਬ ਕੇ ਸੱਤਾ ਹਾਸਲ ਕਰਦਾ ਹੈ ਡੰਡੀ। ਤਾਲਿਬਾਨ ਲੜਾਕੇ ਹਰ ਉਸ ਨਿਸ਼ਾਨੀ ਨੂੰ ਮਿਟਾਉਣਾ ਚਾਹੁੰਦੇ ਹਨ ਜੋ ਸੱਭਿਆਚਾਰਕ ਗੁਲਦਸਤੇ ਨੂੰ ਪ੍ਰਗਟਾਉਂਦੀ ਹੈ ਡੰਡੀ। ਇਸੇ ਕਰਕੇ ਉਹਨਾਂ ਨੇ ਬਾਮਿਆਨ ਵਿਖੇ ਪਹਾੜਾਂ ਨੂੰ ਕੱਟ ਕੇ ਬਣਾਏ ਮਹਾਤਮਾ ਬੁੱਧ ਦੇ ਵਿਸ਼ਾਲ ਬੁੱਤਾਂ ਨੂੰ ਤੋਪਾਂ ਦੇ ਗੋਲੇ ਦਾਗ ਕੇ ਚਿੱਪਰ ਕੀਤਾ ਸੀ ਡੰਡੀ। ਤਾਲਿਬਾਨ ਲਈ ਹਰ ਗੈਰ ਮੁਸਲਿਮ ਕਾਫਰ ਹੈ ਡੰਡੀ। ਜਹਾਦ ਦੇ ਨਾਮ 'ਤੇ ਉਹ ਨਿਰਦੋਸ਼ਾਂ ਦਾ ਖੂਨ ਡੋਲਦੇ ਆਏ ਹਨ ਡੰਡੀ। ਉਹ ਹਿੰਦੂ, ਸਿੱਖਾਂ ਸਮੇਤ ਹੋਰ ਘੱਟ ਗਿਣਤੀ ਭਾਈਚਾਰਿਆਂ ਨਾਲ ਸੰਬੰਧਿਤ ਲੋਕਾਂ 'ਤੇ ਅਥਾਹ ਅਤਿਆਚਾਰ ਕਰਦੇ ਰਹੇ ਹਨ, ਜਿਸ ਕਾਰਨ ਕੌਮਾਂਤਰੀ
ਭਾਈਚਾਰੇ ਵਿੱਚ ਉਹਨਾਂ ਦਾ ਅਕਸ ਬੇਹੱਦ ਮਾੜਾ ਬਣਿਆ ਹੋਇਆ ਹੈ। ਡੰਡੀ ਹੁਣ ਤਾਲਿਬਾਨ ਨੇ ਸਮਾਵੇਸ਼ੀ ਸਰਕਾਰ ਦੀਆਂ ਉਮੀਦਾਂ ਨੂੰ ਲੈ ਕੇ ਵੀ ਨਾਉਮੀਦ ਕੀਤਾ ਹੈ। ਡੰਡੀ ਇਸ 33 ਮੈਂਬਰੀ ਅੰਤਰਿਮ ਸਰਕਾਰ ਵਿੱਚ ਨਾ ਤਾਂ ਕੋਈ ਘੱਟ ਗਿਣਤੀ ਭਾਈਚਾਰੇ ਦਾ ਪ੍ਰਤੀਨਿਧ ਹੈ ਅਤੇ ਨਾ ਹੀ ਕਿਸੇ ਮਹਿਲਾ ਨੂੰ ਇਸ ਦਾ ਹਿੱਸਾ ਬਣਾਇਆ ਗਿਆ ਹੈ। ਡੰਡੀ ਤਾਲਿਬਾਨ ਤੋਂ ਨਿਰਾਸ਼ਾ ਸਿਰਫ ਮੰਤਰੀ ਮੰਡਲ ਦੇ ਢਾਂਚੇ ਨੂੰ ਲੈ ਕੇ ਹੀ ਨਹੀਂ ਹੋਈ ਹੈ, ਬਲਕਿ ਉਸ ਦੀਆਂ ਅਜੇ ਤੱਕ ਦੀਆਂ ਸਰਗਰਮੀਆਂ ਵੀ ਦਰਸਾਉਂਦੀਆਂ ਹਨ ਕਿ ਉਸ ਦੀ ਕੱਟੜ ਸੋਚ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ। ਡੰਡੀ ਉਸ ਨੇ ਪੰਜਸ਼ੀਰ ਵਿੱਚ ਜਿਸ ਤਰ੍ਹਾਂ ਤਾਕਤ ਦੀ ਵਰਤੋਂ ਕੀਤੀ ਹੈ, ਉਸ ਵਿੱਚ ਪਾਕਿਸਤਾਨ ਦੀ ਮਦਦ ਲੈਣ ਤੋਂ ਵੀ ਨਹੀਂ ਝਿਜਕਿਆ। ਉਸ ਤੋਂ ਦੋ ਗੱਲਾਂ ਸਪਸ਼ਟ ਹੋਈਆਂ ਹਨ। ਡੰਡੀ ਪਹਿਲੀ ਇਹ ਕਿ ਉਹ ਹਿੰਸਾ ਦੇ ਦਮ 'ਤੇ ਹੀ ਪੂਰੀ ਅਫਗਾਨ ਭੂਮੀ ਨੂੰ ਆਪਣੇ ਕਬਜ਼ੇ ਵਿੱਚ ਲੈਣਾ ਚਾਹੁੰਦਾ ਹੈ ਅਤੇ ਦੂਜੀ ਇਹ ਕਿ ਉਸ ਨੂੰ ਅਫਗਾਨਿਸਤਾਨ ਦੇ ਅੰਦਰੂਨੀ ਮਾਮਲਿਆਂ ਵਿੱਚ ਪਾਕਿਸਤਾਨੀ ਮਦਦ ਲੈਣ ਤੋਂ ਕੋਈ ਗੁਰੇਜ਼ ਨਹੀਂ ਹੈ। ਡੰਡੀ ਤਾਲਿਬਾਨ ਅਤੇ ਪਾਕਿਸਤਾਨ ਦੇ ਕੱਟੜਪੰਥੀ ਇੱਕ ਦੂਜੇ ਨੂੰ ਦੀਨੀ ਭਾਈ ਸਮਝਦੇ ਹਨ। ਡੰਡੀ ਅੰਮ੍ਰਿਤਸਰ ਦਾ ਜਲਿਆਂਵਾਲਾ ਬਾਗ ਪੂਰੀ ਦੁਨੀਆ ਵਿੱਚ ਅੰਗਰੇਜ਼ਾਂ ਦੇ ਜ਼ੁਲਮਾਂ ਦੀ ਦਾਸਤਾਨ ਬਿਆਨ ਕਰਦਾ ਆਇਆ ਹੈ। ਡੰਡੀ 13 ਅਪ੍ਰੈਲ 1919 ਨੂੰ ਇੱਥੇ ਬ੍ਰਿਟਿਸ਼ ਸਾਮਰਾਜਵਾਦੀਆਂ ਦਾ ਕਰੂਰ ਚਿਹਰਾ ਦੁਨੀਆ ਨੇ ਦੇਖਿਆ ਅਤੇ ਹਜ਼ਾਰਾਂ ਭਾਰਤੀ ਦੇਸ਼ ਭਗਤ ਗੋਲੀਆਂ ਨਾਲ ਭੁੰਨ ਦਿੱਤੇ ਗਏ। ਡੰਡੀ ਅਫਸੋਸ ਦੀ ਗੱਲ ਹੈ ਕਿ ਨਵੀਨੀਕਰਨ ਜਾਂ ਸੁੰਦਰੀਕਰਨ ਦੇ ਨਾਂ 'ਤੇ 1.5 ਸਾਲ ਤੋਂ ਵੱਧ ਸਮੇਂ ਤੱਕ ਭਾਰਤ ਦੇ ਲੋਕਾਂ ਨੂੰ ਜਲਿਆਂਵਾਲਾ ਬਾਗ ਤੋਂ ਦੂਰ ਰੱਖਿਆ ਗਿਆ ਅਤੇ ਹੁਣ ਸਰਕਾਰੀ ਸੁੰਦਰੀਕਰਨ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜਦ ਜਲਿਆਂਵਾਲਾ ਬਾਗ ਖੋਲ੍ਹਿਆ ਗਿਆ ਤਾਂ ਹਰ ਉਸ ਦੇਸ਼ ਭਗਤ ਦਾ ਮਨ ਦੁਖੀ ਹੋਇਆ ਜਿਸ ਨੇ ਇਸ ਦਾ ਪਹਿਲਾ ਰੂਪ ਦੇਖਿਆ ਹੈ। ਡੰਡੀ ਜੋ ਲੋਕ ਪਹਿਲੀ ਵਾਰ ਜਲਿਆਂਵਾਲਾ ਬਾਗ ਆਉਣਗੇ ਉਹ ਤਾਂ ਨਹੀਂ ਜਾਣਦੇ ਕਿ ਇੱਥੇ ਕੀ ਸੀ ਅਤੇ ਉਹ ਖੂਹ ਕਿੱਥੇ ਗਿਆ ਜਿਸ ਵਿੱਚ 120 ਲੋਕ ਸ਼ਹੀਦ ਹੋ ਗਏ ਸਨ। ਡੰਡੀ ਜਲਿਆਂਵਾਲੇ ਬਾਗ ਦਾ ਅਸਲੀ ਰੂਪ ਵਿਗਾੜ ਦਿੱਤਾ ਗਿਆ। ਸ਼ਹੀਦੀ ਖੂਹ ਤਾਂ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਗਿਆ ਜਿਸ ਦੀ ਥਾਂ ਸ਼ੀਸ਼ੇ ਨਾਲ ਢੱਕਿਆ ਹੋਇਆ ਇੱਕ ਡੱਬਾ ਜਿਹਾ ਰਹਿ ਗਿਆ ਹੈ। ਉਸ ਦੀ ਡੂੰਘਾਈ ਘੱਟ ਕਰ ਦਿੱਤੀ ਗਈ ਹੈ। ਡੰਡੀ ਪਾਣੀ ਖਤਮ ਕਰ ਦਿੱਤਾ ਗਿਆ ਹੈ। ਡੰਡੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਭ 'ਤੇ 20 ਕਰੋੜ ਰੁਪਏ ਖਰਚ ਕੀਤੇ ਗਏ। ਡੰਡੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਉਹ ਉਕਤ ਉਣਤਾਈਆਂ ਦੀ ਜਾਂਚ ਕਰਵਾਉਣ ਅਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ। ਡੰਡੀ ਚੰਗਾ ਹੁੰਦਾ ਕਿ ਤੁਸੀਂ ਖੁਦ ਉਦਘਾਟਨ ਕਰਨ ਆਉਂਦੇ ਅਤੇ ਇਹ ਪੁੱਛਦੇ ਕਿ 20 ਕਰੋੜ ਰੁਪਏ ਕਿੱਥੇ ਲੱਗੇ ਹਨ। ਡੰਡੀ ਤੁਸੀਂ ਜਲਿਆਂਵਾਲਾ ਬਾਗ ਪਹਿਲਾਂ ਦੇਖਿਆ ਹੋਇਆ ਹੈ। ਡੰਡੀ ਸ਼ਾਇਦ ਤੁਸੀਂ ਖੁਦ ਵੀ ਪਛਾਣ ਨਹੀਂ ਪਾਉਂਦੇ। ਡੰਡੀ ਸ਼ਹੀਦੀ ਮਸ਼ਾਲ ਨੂੰ ਛੱਡ ਕੇ ਕੁਝ ਵੀ ਵਿਰਾਸਤੀ ਨਹੀਂ। ਡੰਡੀ ਸਭ ਤੋਂ ਬੁਰਾ ਕੰਮ ਤਾਂ ਇਹ ਕੀਤਾ ਗਿਆ ਕਿ ਸ਼ਹੀਦੀ ਖੂਹ ਹੀ ਖਤਮ ਕਰ ਦਿੱਤਾ ਗਿਆ ਹੈ। ਡੰਡੀ ਪ੍ਰਧਾਨ ਮੰਤਰੀ ਨੂੰ ਅਪੀਲ ਹੈ ਕਿ ਜਿਨ੍ਹਾਂ ਇੰਜੀਨੀਅਰਾਂ ਨੇ ਬਾਗ ਨੂੰ ਸੁੰਦਰ ਬਣਾਉਣ ਦਾ ਕੰਮ ਕੀਤਾ ਹੈ ਉਹਨਾਂ ਤੋਂ ਸ਼ਹੀਦੀ ਖੂਹ ਪੁਰਾਣੇ ਅਸਲੀ ਰੂਪ ਵਿੱਚ ਹੀ ਬਣਵਾਉਣ। ਡੰਡੀ ਜਾਂਚ ਇਹ ਵੀ ਕਰਵਾਓ ਕਿ 20 ਕਰੋੜ
ਰੁਪਏ ਕਿਸ ਕੰਮ 'ਤੇ ਲੱਗੇ ਡੰਡੀ। ਬਾਗ ਨੂੰ ਵੀ ਦੇਖਾਂਗੇ ਉਹ ਖੁਦ ਹੀ ਸਮਝ ਲਵਾਂਗੇ ਕਿ 20 ਕਰੋੜ ਰੁਪਏ ਇਸ 'ਤੇ ਨਹੀਂ ਲੱਗੇ ਹਨ ਡੰਡੀ। ਕਿੱਥੇ ਗਿਆ ਇਹ ਪੈਸਾ, ਇਸ ਬਾਰੇ ਤਾਂ ਹੀ ਪਤਾ ਲੱਗੇਗਾ ਜਦ ਤੁਸੀਂ ਤਫਤੀਸ਼ ਕਰਵਾਓਗੇ ਡੰਡੀ। ਅੰਮ੍ਰਿਤਸਰ ਦੀ ਜਨਤਾ, ਅਸੀਂ ਸਾਰੇ ਅਤੇ ਸ਼ਹੀਦਾਂ ਦੇ ਪਰਿਵਾਰ ਜਲਿਆਂਵਾਲਾ ਬਾਗ ਦਾ ਰੂਪ ਕਰੂਪ ਕੀਤੇ ਜਾਣ ਤੋਂ ਦੁਖੀ ਹਾਂ ਡੰਡੀ ਭਰਾ। ਅੱਜ ਪੰਜਾਬ ਦਾ ਅਜਿਹਾ ਕੋਈ ਵਰਗ ਨਹੀਂ ਹੈ ਜੋ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਪਰੇਸ਼ਾਨ ਨਾ ਹੋਵੇ ਡੰਡੀ। ਹਰ ਵਰਗ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਜੱਦੋ-ਜਹਿਦ ਕਰ ਰਿਹਾ ਹੈ ਡੰਡੀ। ਹਰ ਕੋਈ ਧਰਨਿਆਂ 'ਤੇ ਬੈਠਣ ਲਈ ਮਜਬੂਰ ਹੈ, ਜਿਸ ਦੇ ਨਤੀਜੇ ਵਜੋਂ ਸਰਕਾਰਾਂ ਤਾਂ ਕੁਝ ਨਹੀਂ ਕਰ ਰਹੀਆਂ, ਪਰ ਕਈ ਲੋਕ ਆਪਣੀ ਜਾਨ ਗਵਾ ਰਹੇ ਹਨ ਅਤੇ ਕਈ ਮਾਨਸਿਕ ਅਤੇ ਆਰਥਿਕ ਤੌਰ 'ਤੇ ਵੀ ਮੁਸ਼ਕਲਾਂ ਚੱਲ ਰਹੇ ਹਨ ਡੰਡੀ। ਚੋਣਾਂ ਮੌਕੇ ਅਨੇਕਾਂ ਹੀ ਵਾਅਦੇ ਸਰਕਾਰਾਂ ਵੱਲੋਂ ਕੀਤੇ ਜਾਂਦੇ ਹਨ, ਪਰ ਪੂਰਾ ਕੋਈ ਹੀ ਹੁੰਦਾ ਹੈ ਡੰਡੀ। ਮੌਜੂਦਾ ਹਾਲਾਤ ਨੂੰ ਵੇਖਦਿਆਂ ਲੱਗਦਾ ਹੈ ਕਿ ਭਵਿੱਖ 'ਚ ਹਾਲਾਤ ਬਹੁਤ ਬੁਰੇ ਹੋਣਗੇ ਡੰਡੀ। ਪਰਿਵਾਰ ਬੱਚੇ ਦੀ ਪਾਠਸ਼ਾਲਾ ਹੁੰਦਾ ਹੈ ਡੰਡੀ। ਉਸ ਦੇ ਭਵਿੱਖ ਨੂੰ ਬਣਵਾਉਣ ਵਿੱਚ ਮਾਂ ਦੀ ਅਹਿਮ ਭੂਮਿਕਾ ਹੁੰਦੀ ਹੈ ਡੰਡੀ। ਇਸੇ ਲਈ ਸਮਾਜ 'ਚ ਔਰਤਾਂ ਨੂੰ ਸ਼ਕਤੀਸ਼ਾਲੀ ਬਣਾਉਣਾ ਜ਼ਰੂਰੀ ਹੈ ਡੰਡੀ। ਉਹਨਾਂ ਦੀ ਪੜ੍ਹਾਈ ਲਈ ਬਿਹਤਰ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ ਡੰਡੀ। ਜੇ ਔਰਤਾਂ ਪੜ੍ਹੀਆਂ ਲਿਖੀਆਂ ਹੋਣ ਤਾਂ ਇੱਕ ਖੁਸ਼ਹਾਲ ਸਮਾਜ ਦਾ ਨਿਰਮਾਣ ਹੋਵੇਗਾ ਡੰਡੀ। ਸਭ ਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਡੰਡੀ। ਪਾਕਿਸਤਾਨ ਅਤੇ ਤਾਲਿਬਾਨ ਦੇ ਅਟੁੱਟ ਸਬੰਧਾਂ ਤੋਂ ਪੂਰੀ ਦੁਨੀਆ ਵਾਕਿਫ ਹੈ, ਪਰ ਦੁਨੀਆ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਉਹਨਾਂ ਨੇ ਇੱਕ ਪਰਦਾ ਜ਼ਰੂਰ ਰੱਖਿਆ, ਜੋ ਬੀਤੇ ਦਿਨਾਂ ਦੀ ਬੇਸ਼ਰਮੀ ਵਿੱਚ ਪੂਰੀ ਤਰ੍ਹਾਂ ਫਾਸ਼ ਹੋ ਗਿਆ ਹੈ ਡੰਡੀ। ਇਸ ਦੀ ਸ਼ੁਰੂਆਤ ਪਾਕਿਸਤਾਨੀ ਖੂਫੀਆ ਏਜੰਸੀ ISI ਦੇ ਮੁਖੀ ਫੈਜ਼ ਹਮੀਦ ਦੇ ਕਾਬੁਲ ਦੌਰੇ ਨਾਲ ਹੋਈ ਡੰਡੀ। ਮੰਨਿਆ ਗਿਆ ਕਿ ਸਰਕਾਰ ਦੇ ਗਠਨ ਵਿੱਚ ਤਾਲਿਬਾਨ ਦੇ ਅੰਦਰੂਨੀ ਧੜਿਆਂ ਵਿੱਚ ਜਾਰੀ ਅੜਿੱਕੇ ਨੂੰ ਦੂਰ ਕਰਨ ਲਈ ਹੀ ਹਮੀਦ ਕਾਬੁਲ ਗਿਆ ਸੀ ਡੰਡੀ। ਇਹ ਵੀ ਇੱਕ ਮਾੜਾ ਸੰਯੋਗ ਹੀ ਕਿਹਾ ਜਾਵੇਗਾ ਕਿ ਹਮੀਦ ਦੇ ਕਾਬੁਲ ਦੌਰੇ ਦੌਰਾਨ ਪੰਜਸ਼ੀਰ ਵਿੱਚ ਭਿਆਨਕ ਖੂਨ ਖਰਾਬਾ ਹੋਇਆ ਅਤੇ ਹਵਾਈ ਹਮਲੇ ਤੱਕ ਕੀਤੇ ਗਏ, ਜਿਨ੍ਹਾਂ ਦੇ ਪਿੱਛੇ ਪਾਕਿਸਤਾਨੀ ਮਦਦ ਪ੍ਰਤੱਖ ਸੀ ਡੰਡੀ। ਇਸ ਤੋਂ ਉਪਜੇ ਗੁੱਸੇ ਦਾ ਹੀ ਨਤੀਜਾ ਸੀ ਕਿ ਆਮ ਅਫਗਾਨਾਂ ਨੇ ਕਾਬੁਲ ਦੀਆਂ ਸੜਕਾਂ 'ਤੇ ਪਾਕਿਸਤਾਨ ਮੁਰਦਾਬਾਦ ਦੇ ਨਾਅਰੇ ਲਗਾਏ ਡੰਡੀ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਅੰਤਰਿਮ ਸਰਕਾਰ ਵਿੱਚ ਜ਼ਿਆਦਾਤਰ ਚਿਹਰੇ ਖੂੰਖਾਰ ਅੱਤਵਾਦੀ ਹਨ, ਜੋ ਸੰਯੁਕਤ ਰਾਸ਼ਟਰ ਤੋਂ ਲੈ ਕੇ ਅਮਰੀਕੀ ਖੂਫੀਆ ਏਜੰਸੀਆਂ ਦੀ ਵਾਂਟੇਡ ਲਿਸਟ ਵਿੱਚ ਸ਼ਾਮਲ ਰਹੇ ਡੰਡੀ। ਕਈਆਂ 'ਤੇ ਕਰੋੜਾਂ ਦਾ ਇਨਾਮ ਵੀ ਰਿਹਾ ਹੈ ਡੰਡੀ। ਤਾਲਿਬਾਨ ਵੀ ਇਸ ਤੋਂ ਬਾਖੂਬੀ ਜਾਣੂ ਹੈ ਕਿ ਸਰਕਾਰ ਦੇ ਇਹਨਾਂ ਚਿਹਰਿਆਂ ਕਾਰਨ ਵਿਸ਼ਵ ਪੱਧਰ 'ਤੇ ਚੰਗੇ ਸੁਨੇਹਾ ਨਹੀਂ ਗਿਆ ਹੈ ਡੰਡੀ। ਅਮਰੀਕਾ ਵਰਗੇ ਦੇਸ਼ਾਂ ਦੀਆਂ ਅਧਿਕਾਰਤ ਟਿੱਪਣੀਆਂ ਵਿੱਚ ਇਹ ਪ੍ਰਗਟਾਵਾ ਵੀ ਹੋਇਆ ਹੈ ਡੰਡੀ। ਤਾਲਿਬਾਨ ਤਰਕ ਦੇ ਰਿਹਾ ਹੈ ਕਿ ਇਹ ਸਿਰਫ ਅੰਤਰਿਮ ਸਰਕਾਰ ਹੈ ਡੰਡੀ। ਇਹ ਕੁਝ ਹੋਰ ਨਹੀਂ, ਦੁਨੀਆ ਨੂੰ ਭਰਮਾਉਣ ਦੀ ਹੀ ਤਿਕੜਮਬਾਜ਼ੀ ਹੈ ਡੰਡੀ। ਅਸਲ ਵਿੱਚ
ਤਾਲਿਬਾਨ ਜਲਦ ਤੋਂ ਜਲਦ ਕੌਮਾਂਤਰੀ ਭਾਈਚਾਰੇ ਤੋਂ ਮਾਨਤਾ ਚਾਹੁੰਦਾ ਹੈ। ਡੈਂਡੀ ਜੇਕਰ ਇੱਕ ਵਾਰ ਅਜਿਹੀ ਮਾਨਤਾ ਮਿਲ ਜਾਵੇ ਤਾਂ ਤਮਾਮ ਦੇਸ਼ਾਂ ਅਤੇ ਕੌਮਾਂਤਰੀ ਏਜੰਸੀਆਂ ਤੋਂ ਮਿਲਣ ਵਾਲੀ ਮਦਦ 'ਤੇ ਲੱਗੀ ਰੋਕ ਹਟਣ ਦਾ ਰਾਹ ਖੁੱਲ੍ਹ ਜਾਵੇਗਾ ਅਤੇ ਉਸ ਦੀ ਗੱਡੀ ਮੁੜ ਲੀਹ 'ਤੇ ਦੌੜਨ ਲੱਗੇਗੀ। ਡੈਂਡੀ ਹਾਲਾਂਕਿ ਹਾਲ ਫਿਲਹਾਲ ਉਸ ਦੀ ਇਹ ਮਨਸ਼ਾ ਪੂਰੀ ਹੁੰਦੀ ਨਹੀਂ ਦਿਸਦੀ। ਡੈਂਡੀ ਚੀਨ ਅਤੇ ਪਾਕਿਸਤਾਨ ਨੂੰ ਛੱਡ ਕੇ ਕੋਈ ਹੋਰ ਦੇਸ਼ ਤਾਲਿਬਾਨ ਨੂੰ ਮਾਨਤਾ ਦੇਣ ਦੀ ਕਾਲ ਨਹੀਂ ਦਿਖਾ ਰਿਹਾ। ਡੈਂਡੀ ਇੱਥੋਂ ਤੱਕ ਕਿ ਸ਼ੁਰੂ ਵਿੱਚ ਜਿਸ ਰੂਸ ਨੂੰ ਤਾਲਿਬਾਨ ਦੇ ਪੱਖ ਵਿੱਚ ਮੰਨਿਆ ਜਾ ਰਿਹਾ ਸੀ ਉਹ ਵੀ ਸੰਭਲ ਕੇ ਕਦਮ ਚੁੱਕ ਰਿਹਾ ਹੈ। ਡੈਂਡੀ ਉਹ ਭੂ ਰਾਜਨੀਤਿਕ ਸਮੀਕਰਨਾਂ ਦਾ ਨਵੇਂ ਸਿਰੇ ਤੋਂ ਮੁਲਾਂਕਣ ਕਰ ਰਿਹਾ ਹੈ। ਡੈਂਡੀ ਇਸੇ ਸਿਲਸਿਲੇ ਵਿੱਚ ਰੂਸੀ ਫੌਜੀ ਅਦਾਰੇ ਦੇ ਕਰਤਿਆਂ ਧਰਤਿਆਂ ਨੇ ਬੀਤੇ ਦਿਨੀਂ ਆਪਣੇ ਭਾਰਤੀ ਹਮਰੁਤਬਿਆਂ ਨਾਲ ਵਾਰਤਾਵਾਂ ਵੀ ਕੀਤੀਆਂ ਹਨ। ਡੈਂਡੀ ਦੁਨੀਆ ਦੇ ਕਈ ਹਿੱਸਿਆਂ ਵਿੱਚ ਤਾਲਿਬਾਨ ਜਿੰਨੇ ਨਾ ਸਹੀ ਪਰ ਉਸ ਵਰਗੇ ਗਰਮ ਖਿਆਲੀ ਧੜੇ ਸੱਤਾ ਸੰਭਾਲ ਰਹੇ ਹਨ। ਡੈਂਡੀ ਫਰਕ ਸਿਰਫ ਇਹ ਹੈ ਕਿ ਉਹਨਾਂ 'ਚੋਂ ਜ਼ਿਆਦਾਤਰ ਦੇ ਕੋਲ ਸ਼ਾਸਨ ਦਾ ਇੱਕ ਏਜੰਡਾ ਅਤੇ ਉਸ ਨੂੰ ਚਲਾਉਣ ਦਾ ਵਿਵਸਥਿਤ ਢਾਂਚਾ ਹੈ। ਡੈਂਡੀ ਇਸ ਦੇ ਉਲਟ ਤਾਲਿਬਾਨ ਕੋਲ ਅਜਿਹਾ ਕੁਝ ਨਹੀਂ। ਡੈਂਡੀ ਹਿੰਸਕ ਸਰਗਰਮੀਆਂ ਅਤੇ ਕੱਟੜਤਾ ਦੇ ਇਲਾਵਾ ਤਾਲਿਬਾਨ ਨੂੰ ਕੁਝ ਨਹੀਂ ਆਉਂਦਾ। ਡੈਂਡੀ ਤਾਲਿਬਾਨ ਤੋਂ ਪਹਿਲਾਂ ਸੱਤਾ ਸੰਭਾਲ ਰਹੇ ਅਸ਼ਰਫ ਗਨੀ ਵਿਸ਼ਵ ਬੈਂਕ ਵਿੱਚ ਅਰਥ ਸ਼ਾਸਤਰੀ ਸਨ। ਡੈਂਡੀ ਉਹਨਾਂ ਨੂੰ ਨੀਤੀ ਨਿਰਮਾਣ ਅਤੇ ਸ਼ਾਸਨ ਪ੍ਰਸ਼ਾਸਨ ਦੀ ਸੋਝੀ ਸੀ। ਡੈਂਡੀ ਅਜਿਹੇ ਵਿੱਚ ਬਿਹਤਰ ਹੁੰਦਾ ਕਿ ਤਾਲਿਬਾਨ ਵੀ ਆਪਣੀ ਸਰਕਾਰ ਵਿੱਚ ਕੁਝ ਅਜਿਹੇ ਉਦਾਰ ਚਿਹਰਿਆਂ ਨੂੰ ਸ਼ਾਮਲ ਕਰਦਾ ਅਤੇ ਘੱਟ ਗਿਣਤੀਆਂ ਅਤੇ ਔਰਤਾਂ ਨੂੰ ਹਿੱਸੇਦਾਰੀ ਦਿੰਦਾ। ਡੈਂਡੀ ਇਸ ਨਾਲ ਨਾ ਸਿਰਫ ਕੌਮਾਂਤਰੀ ਭਾਈਚਾਰੇ ਵਿੱਚ ਉਸ ਦੇ ਪ੍ਰਤੀ ਰਾਏ ਬਦਲਦੀ ਬਲਕਿ ਉਸ ਦੀ ਸਰਕਾਰ ਨੂੰ ਸਵੀਕਾਰਤਾ ਮਿਲਣ ਵਿੱਚ ਵੀ ਸਹੂਲੀਅਤ ਹੁੰਦੀ। ਡੈਂਡੀ ਫਿਲਹਾਲ ਤਾਲਿਬਾਨ ਸਰਕਾਰ ਹੁਣ ਇੱਕ ਹਕੀਕਤ ਹੈ ਅਤੇ ਵਿਸ਼ਵ ਭਾਈਚਾਰੇ ਨੂੰ ਉਸ ਦੇ ਨਾਲ ਸੰਵਾਦ ਕਰਨਾ ਹੀ ਹੋਵੇਗਾ। ਡੈਂਡੀ ਹਾਲਾਂਕਿ ਸੰਵਾਦ ਦਾ ਅਰਥ ਮਾਨਤਾ ਦੇਣਾ ਨਹੀਂ ਹੁੰਦਾ ਪਰ ਗੱਲਬਾਤ ਜ਼ਰੀਏ ਤੁਸੀਂ ਦੂਜੀ ਧਿਰ ਨੂੰ ਇੱਕ ਤਰ੍ਹਾਂ ਦੀ ਪ੍ਰਵਾਨਗੀ ਜ਼ਰੂਰ ਦਿੰਦੇ ਹੋ। ਡੈਂਡੀ ਹੁਣ ਕਿਉਂਕਿ ਅਫਗਾਨਿਸਤਾਨ ਵਿੱਚ ਮਨੁੱਖੀ ਸੰਕਟ ਦੀ ਦੁਹਾਈ ਦੇ ਕੇ ਕੌਮਾਂਤਰੀ ਸਹਿਯੋਗ ਅਤੇ ਸਮਰਥਨ ਦੇ ਪੱਖ ਵਿੱਚ ਮੁਹਿੰਮ ਚਲਾਈ ਜਾ ਰਹੀ ਹੈ ਇਸ ਲਈ ਸੰਭਵ ਹੈ ਕਿ ਸੰਯੁਕਤ ਰਾਸ਼ਟਰ ਅਧਿਕਾਰੀਆਂ ਨੂੰ ਹੱਕਾਨੀ ਦੇ ਨਾਲ ਮੰਚ ਸਾਂਝਾ ਕਰਨਾ ਪਵੇ। ਡੈਂਡੀ ਇਹ ਵੀ ਇੱਕ ਵਿਡੰਬਣਾ ਹੀ ਹੋਵੇਗੀ ਕਿ ਇੱਕ ਕੌਮਾਂਤਰੀ ਅੱਤਵਾਦੀ ਦੇ ਨਾਲ ਵਿਸ਼ਵ ਦੀ ਸਭ ਤੋਂ ਵੱਡੀ ਸੰਸਥਾ ਨੂੰ ਆਮ ਸ਼ਿਸ਼ਟਾਚਾਰ ਦੇ ਦਾਇਰੇ ਵਿੱਚ ਭੇਂਟ ਕਰਨੀ ਪਵੇ। ਡੈਂਡੀ ਤਾਲਿਬਾਨ ਦੇ ਉਭਰਨ ਦੇ ਭਾਰਤ ਲਈ ਵੀ ਡੂੰਘੇ ਅਰਥ ਹਨ। ਡੈਂਡੀ ਇਸ ਨਾਲ ਜਿੱਥੇ ਕਸ਼ਮੀਰਵਾਦੀ ਵਿੱਚ ਜਿਹਾਦੀ ਸਰਗਰਮੀਆਂ ਵਿੱਚ ਵਾਧਾ ਹੋ ਸਕਦਾ ਹੈ ਉੱਥੇ ਚੀਨ ਅਤੇ ਪਾਕਿਸਤਾਨ ਨਾਲ ਮਿਲ ਕੇ ਸਰਹੱਦ 'ਤੇ ਵੀ ਤਾਲਿਬਾਨ ਭਾਰਤ ਲਈ ਸਿਰਦਰਦੀ ਵਧਾ ਸਕਦਾ ਹੈ। ਡੈਂਡੀ ਅਜਿਹੇ ਵਿੱਚ ਭਾਰਤ ਨੂੰ ਹੋਰ ਚੌਕਸ ਹੋਣ ਦੇ ਨਾਲ ਨਾਲ ਤਾਲਿਬਾਨ ਨੂੰ ਦੋ ਟੋਕਾ
ਲਹਿਜ਼ੇ ਵਿੱਚ ਇਹ ਸਮਝਾਉਣਾ ਹੋਵੇਗਾ ਕਿ ਉਸ ਦੀ ਧਰਤ ਤੋਂ ਭਾਰਤ ਵਿਰੋਧੀ ਸਰਗਰਮੀਆਂ ਬਰਦਾਸ਼ਤ ਨਹੀਂ ਹੋਣਗੀਆਂ। ਡੰਡੀ ਦੋਹਾਂ ਵਿੱਚ ਭਾਰਤੀ ਰਾਜਦੂਤ ਨਾਲ ਵਾਰਤਾ ਦੌਰਾਨ ਅਫਗਾਨ ਪ੍ਰਤੀਨਿਧ ਨੇ ਭਾਰਤੀ ਧਿਰ ਨੂੰ ਆਪਣੇ ਵੱਲੋਂ ਭਰੋਸਾ ਦਿਵਾਉਣ ਦਾ ਯਤਨ ਜ਼ਰੂਰ ਕੀਤਾ ਕਿ ਉਹਨਾਂ ਨੂੰ ਪਾਕਿਸਤਾਨੀ ਏਜੰਟ ਨਾ ਸਮਝਿਆ ਜਾਵੇ ਅਤੇ ਉਹ ਅਫਗਾਨ ਪਹਿਲਾਂ ਹਨ। ਡੰਡੀ ਤਾਲਿਬਾਨ ਦੇ ਇਹ ਦਾਅਵੇ ਅਤੇ ਵਾਅਦੇ ਸੁਣਨ ਵਿੱਚ ਤਾਂ ਚੰਗੇ ਲੱਗਦੇ ਹਨ, ਪਰ ਉਹਨਾਂ ਨੂੰ ਪੂਰਾ ਕਰਨ ਲਈ ਉਸ ਨੂੰ ਆਪਣੀ ਕਥਨੀ ਅਤੇ ਕਰਨੀ ਵਿੱਚ ਫਰਕ ਸਮਾਪਤ ਕਰਨਾ ਹੋਵੇਗਾ। ਡੰਡੀ ਕੁੱਲ ਮਿਲਾ ਕੇ ਭਾਰਤ ਲਈ ਇਹ ਸਮਾਂ ਚੌਕੰਨਾ ਰਹਿਣ ਦਾ ਹੈ। ਡੰਡੀ ਸਟਾਰਟ। ਪੰਜਾਬੀ ਜਾਗਰਣ ਵਿੱਚ ਰਿਸ਼ਮਾ ਅਧੀਨ ਛਪੇ ਲੇਖ ਨਿਆਣੀ ਸੋਚ ਰਾਹੀਂ ਬੜਾ ਵਧੀਆ ਸੁਨੇਹਾ ਦਿੱਤਾ ਗਿਆ ਹੈ। ਡੰਡੀ ਇਹ ਸਹੀ ਹੈ ਕਿ ਸਮਾਜ ਵਿੱਚ ਵਿਚਰਨ ਵੇਲੇ ਸਾਡੇ ਰਾਹੀਂ ਹੁੰਦੀਆਂ ਅਣਦੇਖੀਆਂ ਜੀਵਨ 'ਚ ਪਰੇਸ਼ਾਨੀਆਂ ਦਾ ਮੁੱਖ ਕਾਰਨ ਬਣਦੀਆਂ ਹਨ। ਡੰਡੀ ਮਨੁੱਖੀ ਵਿਚਾਰ ਵਿਵਹਾਰ ਵਿੱਚ ਆਈਆਂ ਤਬਦੀਲੀਆਂ ਜ਼ਿੰਦਗੀ ਵਿੱਚ ਉਲਝਣਾਂ ਨੂੰ ਹੋਰ ਵੱਡਾ ਕਰ ਰਹੀਆਂ ਹਨ। ਡੰਡੀ ਜੀਵਨ 'ਚੋਂ ਮਨਫੀ ਹੋ ਰਿਹਾ ਸੰਜਮ ਵੱਡੀਆਂ ਮੁਸੀਬਤਾਂ ਖੜੀਆਂ ਕਰ ਰਿਹਾ ਹੈ। ਡੰਡੀ ਵਿਚਾਰਾਂ ਵਿੱਚ ਵੱਧ ਰਿਹਾ ਨਾਪੱਖੀ ਪੱਖ ਮਾਨਸਿਕ ਮਜ਼ਬੂਤੀ ਨੂੰ ਬੁਰੀ ਤਰ੍ਹਾਂ ਢਾਹ ਲਾ ਰਿਹਾ ਹੈ। ਡੰਡੀ ਹਰ ਸੰਭਵ ਕੰਮ ਵੀ ਅਸੰਭਵ ਨਜ਼ਰ ਆ ਰਿਹਾ ਹੈ। ਡੰਡੀ ਹਾਂ ਪੱਖੀ ਸੋਚ ਅਪਣਾ ਕੇ ਅਸੰਭਵ ਨੂੰ ਵੀ ਸੰਭਵ ਬਣਾਇਆ ਜਾ ਸਕਦਾ ਹੈ। ਡੰਡੀ ਲੋਕਾਂ ਤੱਕ ਖਬਰਾਂ ਪਹੁੰਚਾਉਣ ਵਾਲੇ ਪੱਤਰਕਾਰਾਂ 'ਤੇ ਵੀ ਤਾਲਿਬਾਨ ਵੱਲੋਂ ਤਸ਼ੱਦਦ ਕੀਤਾ ਜਾ ਰਿਹਾ ਹੈ। ਡੰਡੀ ਪੱਤਰਕਾਰਾਂ ਦਾ ਕੀ ਗੁਨਾਹ ਹੈ? ਪ੍ਰਸ਼ਨ ਚਿੰਨ੍ਹ ਉਹ ਤਾਂ ਆਪਣੀ ਡਿਊਟੀ ਨਿਰਪੱਖ ਹੋ ਕੇ ਕਰ ਰਹੇ ਹਨ। ਡੰਡੀ ਤਾਲਿਬਾਨ ਜੋ ਆਪਣੇ ਆਪ ਨੂੰ ਸੁਧਰ ਗਿਆ ਦੱਸ ਰਿਹਾ ਹੈ, ਉਸ ਦੇ ਵਤੀਰੇ ਤੋਂ ਤਾਂ ਇਹ ਬਿਲਕੁਲ ਜ਼ਾਹਰ ਨਹੀਂ ਹੁੰਦਾ ਕਿ ਹੁਣ ਉਹ ਪੁਰਾਣਾ ਤਾਲਿਬਾਨ ਨਹੀਂ ਰਿਹਾ। ਡੰਡੀ ਤਾਲਿਬਾਨ ਨੂੰ ਸਮਝਣਾ ਚਾਹੀਦਾ ਹੈ ਕਿ ਬੰਦੂਕ ਦੇ ਜ਼ੋਰ 'ਤੇ ਆਵਾਮ ਦੀ ਆਵਾਜ਼ ਦਬਾਈ ਨਹੀਂ ਜਾ ਸਕਦੀ। ਡੰਡੀ ਇਹੋ ਜਿਹੀਆਂ ਘਿਨਾਉਣੀਆਂ ਹਰਕਤਾਂ ਕਾਰਨ ਤਾਲਿਬਾਨ ਬਾਰੇ ਕੁੱਲ ਆਲਮ ਵਿੱਚ ਬੜਾ ਮਾੜਾ ਸੰਦੇਸ਼ ਜਾ ਰਿਹਾ ਹੈ। ਡੰਡੀ ਉਹ ਸੰਦੇਸ਼ ਇਹ ਹੈ ਕਿ ਤਾਲਿਬਾਨ ਅੱਤਵਾਦੀ ਜਮਾਤ ਹੈ ਅਤੇ ਸੱਤਾ ਵਿੱਚ ਹੁੰਦੇ ਹੋਏ ਵੀ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਈ ਜਾ ਰਿਹਾ ਹੈ। ਡੰਡੀ ਸਟਾਰਟ। ਅੱਜ ਲਗਭਗ 3 ਦਹਾਕਿਆਂ ਬਾਅਦ ਉਸ ਦਾ ਫੋਨ ਆਇਆ ਸੀ। ਡੰਡੀ ਪਹਿਲਾਂ ਤਾਂ ਮੈਂ ਉਸ ਦੀ ਆਵਾਜ਼ ਪਛਾਣ ਨਾ ਸਕਿਆ। ਡੰਡੀ ਫਿਰ ਉਸਨੇ ਆਪਣਾ ਨਾਮ ਦੱਸਿਆ। ਡੰਡੀ ਨਾਂ ਸੁਣ ਕੇ ਵੀ ਮੈਂ ਭੰਬਲ ਭੂਸੇ ਵਿੱਚ ਪੈ ਗਿਆ। ਡੰਡੀ ਫਿਰ ਉਸਨੇ ਆਪਣਾ ਸ਼ਹਿਰ ਦੱਸਿਆ। ਡੰਡੀ ਫਿਰ ਵੀ ਮੈਨੂੰ ਪੂਰੀ ਤਰ੍ਹਾਂ ਸਮਝ ਨਾ ਆਈ। ਡੰਡੀ ਅਖੀਰ ਉਸਨੇ ਕਿਹਾ, ਭਰਾਵਾ ਭੁੱਲ ਗਿਆ। ਡੰਡੀ ਮੈਂ ਤਾਂ ਅਬੋਹਰ ਤੋਂ ਪਟਵਾਰੀ ਬੋਲਦਾ। ਡੰਡੀ ਉਹ ਪਟਵਾਰੀ ਜਿਸ ਨੂੰ ਤੁਸੀਂ ਸੁਨੇਹਾ ਭੇਜ ਕੇ ਬੁਲਾਉਂਦੇ ਸੀ। ਡੰਡੀ ਪਟਵਾਰੀ ਕਹਿਣ ਦੀ ਦੇਰ ਸੀ ਕਿ ਝੱਟ ਉਸਦੀ ਤਸਵੀਰ ਮੇਰੀਆਂ ਅੱਖਾਂ ਸਾਹਮਣੇ ਘੁੰਮਣ ਲੱਗੀ। ਡੰਡੀ ਉਹ ਪਿੰਡ ਪਟਵਾਰਖਾਨਾ, ਦੁੱਧ ਵਾਲੀ ਡੇਅਰੀ, ਹਸਪਤਾਲ ਸਾਰੇ ਇੱਕਦਮ ਮੇਰੇ ਚੇਤਿਆਂ ਵਿੱਚ ਘੁੰਮਣ ਲੱਗੇ। ਡੰਡੀ ਫਿਰ ਉਹ ਕਹਿਣ ਲੱਗਾ, ਡਾਕਟਰ ਸਾਹਿਬ ਬੇਟੀ ਦੀ ਸ਼ਾਦੀ ਹੈ, ਜਿਸ ਕਰਕੇ ਮੈਂ ਅੱਜ ਪੁਰਾਣੇ ਮਿੱਤਰਾਂ ਨੂੰ ਯਾਦ ਕੀਤਾ। ਡੰਡੀ ਬੜੀ ਮਿਹਨਤ ਨਾਲ ਇੱਕ ਪੁਰਾਣੇ
ਵੇਲੀ ਤੋਂ 13 ਨੰਬਰ ਲਿਆ ਡੰਡੀ। ਅਗਲੇ ਐਤਵਾਰ ਦਾ ਪ੍ਰੋਗਰਾਮ ਹੈ ਡੰਡੀ। ਕਰੋਨਾ ਕਰਕੇ ਜ਼ਿਆਦਾ ਇਕੱਠ ਨਹੀਂ ਕੀਤਾ ਅਤੇ ਵਿਆਹ ਘਰੇ ਹੀ ਕਰਾਂਗੇ ਡੰਡੀ। ਤੁਸੀਂ ਜ਼ਰੂਰ ਪਹੁੰਚਣਾ ਡੰਡੀ। ਪਟਵਾਰੀ ਦੇ ਫੋਨ ਨੇ ਮੈਨੂੰ ਸੰਨ 1987 ਤੋਂ ਪੁਰਾਣੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ, ਜਦੋਂ ਮੈਂ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਖਿੱਪਾਂਵਾਲੀ ਵਿਖੇ ਸਿਹਤ ਵਰਕਰ ਦੇ ਤੌਰ 'ਤੇ ਨੌਕਰੀ ਕਰਦਾ ਸੀ ਡੰਡੀ। ਮੇਰੀ ਪਹਿਲੀ ਪੋਸਟਿੰਗ ਇਸੇ ਪਿੰਡ ਵਿੱਚ ਸੀ ਡੰਡੀ। ਇਹ ਪਿੰਡ ਅਬੋਹਰ ਫਾਜ਼ਿਲਕਾ ਰੋਡ 'ਤੇ ਸਥਿਤ ਪਿੰਡ ਘੱਲੂ ਤੋਂ 4 ਕਿਲੋਮੀਟਰ ਦੂਰ ਲਿੰਕ ਸੜਕ 'ਤੇ ਮੌਜੂਦ ਹੈ ਡੰਡੀ। ਪਿੰਡ ਵਿੱਚ ਜਿੱਥੇ ਚੋਖੀਆਂ ਜ਼ਮੀਨਾਂ ਵਾਲੇ ਜ਼ਿਮੀਂਦਾਰ ਰਹਿੰਦੇ ਸਨ, ਉੱਥੇ ਹੀ ਖੇਤੀ ਦਾ ਕੰਮ ਕਰਨ ਲਈ ਮਜ਼ਦੂਰਾਂ ਦੀ ਗਿਣਤੀ ਵੀ ਵਾਹਵਾ ਸੀ ਡੰਡੀ। ਪਿੰਡ ਵਿੱਚ ਪੰਜਾਬੀ ਅਤੇ ਬਾਗੜੀ ਦੋਵੇਂ ਤਰ੍ਹਾਂ ਦੇ ਲੋਕ ਰਹਿੰਦੇ ਸਨ ਡੰਡੀ। ਦੋਵੇਂ ਇੱਕ ਦੂਜੇ ਦੀ ਭਾਸ਼ਾ ਬੋਲ ਅਤੇ ਸਮਝ ਵੀ ਲੈਂਦੇ ਸਨ ਡੰਡੀ। ਸ਼ੁਰੂ ਵਿੱਚ ਤਾਂ ਮੈਨੂੰ ਪਿੰਡ ਓਪਰਾ ਜਿਹਾ ਲੱਗਿਆ, ਪਰ ਹੌਲੀ ਹੌਲੀ ਪਿੰਡ ਵਿੱਚ ਜਾਣ ਪਛਾਣ ਹੋ ਗਈ ਡੰਡੀ। ਇੱਕ ਪ੍ਰਾਈਵੇਟ ਡਾਕਟਰ, ਜਿਸ ਦਾ ਪਿਛੋਕੜ ਅਬੋਹਰ ਦੇ ਨੇੜੇ ਪਿੰਡ ਰਾਏਪੁਰ ਦਾ ਸੀ ਅਤੇ ਜੋ ਪਹਿਲਾਂ ਤੋਂ ਹੀ ਪਿੰਡ ਵਿੱਚ ਪ੍ਰੈਕਟਿਸ ਕਰਦਾ ਸੀ, ਅਸੀਂ ਦੋਵੇਂ ਪਿੰਡ ਵਿੱਚ ਹੀ ਕਿਰਾਏ ਦੇ ਮਕਾਨ ਵਿੱਚ ਰਹਿਣ ਲੱਗ ਪਏ ਸੀ ਡੰਡੀ। ਮੈਂ ਸਰਕਾਰੀ ਸਿਹਤ ਮੁਲਾਜ਼ਮ ਸਾਂ ਅਤੇ ਮੇਰੇ ਨਾਲ ਪ੍ਰਾਈਵੇਟ ਡਾਕਟਰ ਸੀ ਡੰਡੀ। ਦੋਵਾਂ ਤੋਂ ਹੀ ਲੋਕਾਂ ਨੂੰ ਦਵਾਈ ਬੂਟੀ ਦੀ ਲੋੜ ਪੈਂਦੀ ਸੀ, ਜਿਸ ਕਾਰਨ ਪਿੰਡ ਵਿੱਚ ਸਾਡੀ ਚੰਗੀ ਇੱਜ਼ਤ ਸੀ ਡੰਡੀ। ਅਸੀਂ ਦੋਵੇਂ ਕਦੀ ਕਦਾਈ ਰੋਟੀ ਆਪ ਬਣਾ ਲੈਂਦੇ ਤੇ ਕਦੀ ਪਿੰਡ 'ਚੋਂ ਆ ਜਾਂਦੀ ਸੀ ਡੰਡੀ। ਪਿੰਡ ਦੇ ਵਿਚਕਾਰ ਪੰਚਾਇਤ ਘਰ ਸੀ, ਜਿਸ ਵਿੱਚ ਇੱਕ ਸਬ ਸੈਂਟਰ, ਛੋਟਾ ਹਸਪਤਾਲ ਸੀ ਜਿੱਥੇ ਮੇਰੀ ਡਿਊਟੀ ਸੀ ਡੰਡੀ। ਇੱਕ ਕਮਰੇ ਵਿੱਚ ਡੇਅਰੀ ਸੀ ਡੰਡੀ। ਇੱਕ ਕਮਰਾ ਪਟਵਾਰੀ ਲਈ ਸੀ ਡੰਡੀ। ਪਟਵਾਰੀ ਕੋਲ 2 ਪਿੰਡ ਸਨ ਡੰਡੀ। ਪਟਵਾਰੀ ਅਬੋਹਰ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ ਹਫ਼ਤੇ ਵਿੱਚ 1-2 ਦਿਨ ਹੀ ਆਉਂਦਾ ਸੀ ਡੰਡੀ। ਪਟਵਾਰੀ ਦੇ ਪਿੰਡ ਵਿੱਚ ਬੜੀ ਚੜ੍ਹਾਈ ਸੀ ਡੰਡੀ। ਉਹ ਰਾਇਲ ਇਨਫੀਲਡ ਮੋਟਰਸਾਈਕਲ 'ਤੇ ਆਉਂਦਾ ਸੀ ਡੰਡੀ। ਜਦੋਂ ਉਸ ਦਾ ਮੋਟਰਸਾਈਕਲ ਦੁੱਗ ਦੁੱਗ ਦੀ ਆਵਾਜ਼ ਕਰਦਾ ਪਿੰਡ ਵਿੱਚੋਂ ਲੰਘਦਾ ਸੀ, ਤਾਂ ਸਾਰੇ ਪਿੰਡ ਵਿੱਚ ਪਟਵਾਰੀ ਦੇ ਆਉਣ ਦਾ ਪਤਾ ਲੱਗ ਜਾਂਦਾ ਸੀ ਡੰਡੀ। ਸ਼ੁਰੂ 'ਚ ਤਾਂ ਅਸੀਂ ਦੋਵੇਂ ਉਸਨੂੰ ਨਫ਼ਰਤ ਜਿਹੀ ਕਰਦੇ ਸੀ, ਕਿਉਂਕਿ ਪਿੰਡ ਦਾ ਹਰ ਬੰਦਾ ਪਹਿਲਾਂ ਪਟਵਾਰੀ ਦਾ ਹੀ ਸਤਿਕਾਰ ਕਰਦਾ ਸੀ ਅਤੇ ਬਾਅਦ ਵਿੱਚ ਸਾਨੂੰ ਬੁਲਾਉਂਦਾ ਸੀ। ਪਰ ਹੌਲੀ ਹੌਲੀ ਪਟਵਾਰੀ ਸਾਡਾ ਮਿੱਤਰ ਬਣ ਗਿਆ ਡੰਡੀ। ਪਟਵਾਰੀ ਜਿੱਥੇ ਸੁਭਾਅ ਦਾ ਚੰਗਾ ਸੀ, ਉੱਥੇ ਬਹੁਤਾ ਰਿਸ਼ਵਤਖੋਰ ਵੀ ਨਹੀਂ ਸੀ ਡੰਡੀ। ਸਾਨੂੰ ਸਮਝ ਆ ਗਈ ਸੀ, ਕਿਉਂਕਿ ਪਟਵਾਰੀ ਪਿੰਡ ਦੇ ਲੋਕਾਂ ਦੀ ਜ਼ਮੀਨ ਘਰਾਂ ਦਾ ਰਿਕਾਰਡ ਰੱਖਦਾ ਹੈ, ਇਸ ਲਈ ਉਸ ਦੀ ਪੁੱਛ ਪ੍ਰਤੀਤ ਸਾਡੇ ਦੋਹਾਂ ਨਾਲੋਂ ਵਧੇਰੇ ਸੀ ਡੰਡੀ। ਹੌਲੀ ਹੌਲੀ ਪਟਵਾਰੀ ਸਾਡੇ ਕੋਲ ਘਰ ਆਉਣ ਲੱਗ ਪਿਆ ਅਤੇ ਸਾਡੇ ਕੋਲ ਚਾਹ ਪਾਣੀ ਪੀਣ ਲੱਗ ਪਿਆ ਅਤੇ ਫਿਰ ਕਦੇ ਕਦਾਈ ਸਾਡੇ ਕੋਲ ਰਾਤ ਵੀ ਰਹਿਣ ਲੱਗ ਪਿਆ ਸੀ ਡੰਡੀ। ਪਟਵਾਰੀ ਨੇ ਜਿਸ ਦਿਨ ਸਾਡੇ ਕੋਲ ਰਾਤ ਰਹਿਣਾ ਹੁੰਦਾ ਸੀ, ਉਸ ਦਿਨ ਚੌਕੀਦਾਰ ਘਰ ਦੀ ਕੱਢੀ ਵਧੀਆ ਬੋਤਲ ਅਤੇ
ਚਿਕਨ ਪਹਿਲਾਂ ਹੀ ਰੱਖ ਜਾਂਦਾ ਸੀ ਡੰਡੀ। ਫਿਰ ਚੌਕੀਦਾਰ ਅਤੇ ਨੰਬਰਦਾਰ ਸਾਡੇ ਲਈ ਰੋਟੀ ਲੈ ਕੇ ਆਉਂਦੇ ਡੰਡੀ। ਸਵੇਰ ਵੇਲੇ ਪਰੌਂਠੇ ਮੱਖਣੀ ਅਤੇ ਲੱਸੀ ਆ ਜਾਂਦੀ ਡੰਡੀ। ਆਮ ਤੌਰ 'ਤੇ ਪਟਵਾਰੀ ਮੋਟਰਸਾਈਕਲ 'ਤੇ ਹੀ ਆਉਂਦਾ ਸੀ ਅਤੇ ਪਿਛਲੀ ਸੀਟ 'ਤੇ ਚੌਕੀਦਾਰ ਹੁੰਦਾ, ਜਿਸ ਦੇ ਹੱਥ ਉਸ ਦਾ ਝੋਲਾ ਹੁੰਦਾ ਸੀ ਡੰਡੀ। ਪਰ ਇੱਕ ਦਿਨ ਪਟਵਾਰੀ ਤੁਰ ਕੇ ਹੀ ਸਾਡੇ ਕਮਰੇ ਵਿੱਚ ਆ ਗਿਆ ਡੰਡੀ। ਉਸ ਦੇ ਨਾਲ ਇੱਕ ਮੋਟਾ ਜਿਹਾ ਸਰਦਾਰ ਸੀ, ਜਿਸ ਨੇ ਉਸ ਦਾ ਝੋਲਾ ਚੁੱਕਿਆ ਹੋਇਆ ਸੀ ਡੰਡੀ। ਜਦ ਉਹ ਆਦਮੀ ਚਲਾ ਗਿਆ ਤਾਂ ਅਸੀਂ ਉਸ ਨੂੰ ਪੁੱਛਿਆ, ਪਟਵਾਰੀ ਸਾਹਿਬ, ਇਹ ਝੋਲੇ ਵਾਲਾ ਬੰਦਾ ਕੌਣ ਸੀ? ਤਾਂ ਅੱਗਿਓਂ ਪਟਵਾਰੀ ਹੱਸ ਕੇ ਕਹਿਣ ਲੱਗਾ, ਇਸ ਜ਼ਿਮੀਂਦਾਰ ਕੋਲ 80 ਕਿੱਲੇ ਪੈਲੀ ਹੈ, ਜਿਸ ਕਰਕੇ ਇਹ ਮੇਰੀ ਬਹੁਤ ਇੱਜ਼ਤ ਕਰਦਾ ਹੈ ਡੰਡੀ। ਪਟਵਾਰੀ ਦੀ ਚੜ੍ਹਾਈ ਦੇਖ ਕੇ ਅਸੀਂ ਦੰਗ ਰਹਿ ਗਏ ਡੰਡੀ। ਹੌਲੀ ਹੌਲੀ ਅਸੀਂ ਇੰਨਾ ਘੁਲ ਮਿਲ ਗਏ ਕਿ ਜੇਕਰ ਪਟਵਾਰੀ ਹਫ਼ਤਾ ਨਾ ਆਉਂਦਾ ਤਾਂ ਅਸੀਂ ਚੌਕੀਦਾਰ ਜਾਂ ਨੰਬਰਦਾਰ ਦੇ ਹੱਥ ਸੁਨੇਹਾ ਭੇਜਦੇ ਡੰਡੀ। ਉਸ ਦਾ ਪਿਆਰ, ਘਰ ਦੀ ਸ਼ਰਾਬ ਅਤੇ ਦੇਸੀ ਮੁਰਗਾ ਸਾਡੇ ਸਿਰ ਚੜ੍ਹ ਕੇ ਬੋਲਣ ਲੱਗ ਪੈਂਦਾ ਡੰਡੀ। ਪਟਵਾਰੀ ਦੀ ਟੌਰ ਦਾ ਅਸੀਂ 2 ਸਾਲ ਖੂਬ ਆਨੰਦ ਲਿਆ। ਗੰਨੇ, ਸਬਜ਼ੀਆਂ, ਦੁੱਧ, ਲੱਸੀ ਅਤੇ ਹਰ ਵੇਲੇ ਆਮ ਰਹਿੰਦੇ ਸਨ ਡੰਡੀ। ਤਕਰੀਬਨ 2 ਕੁ ਸਾਲਾਂ ਬਾਅਦ ਮੈਂ ਆਪਣੇ ਜ਼ਿਲ੍ਹੇ ਮਾਨਸਾ ਵਿੱਚ ਬਦਲੀ ਕਰਵਾ ਲਈ, ਪਰ ਪਟਵਾਰੀ ਉਹਨਾਂ ਹੀ ਪਿੰਡਾਂ ਦੇ ਨੇੜੇ ਤੇੜੇ ਨੌਕਰੀ ਕਰਦਾ ਰਿਹਾ ਡੰਡੀ। ਐਤਵਾਰ ਵਾਲੇ ਦਿਨ ਮੈਂ ਮਾਨਸਾ ਤੋਂ ਪਹਿਲੀ ਬੱਸ ਫੜੀ ਅਤੇ 9 ਕੁ ਵਜੇ ਅਬੋਹਰ ਸ਼ਹਿਰ ਵਿੱਚ ਵਿਆਹ ਵਾਲੇ ਘਰ ਪਹੁੰਚ ਗਿਆ ਡੰਡੀ। ਪਟਵਾਰੀ ਮੈਨੂੰ ਦੇਖ ਕੇ ਬਾਗੋ ਬਾਗ ਹੋ ਗਿਆ ਡੰਡੀ। ਉਸਨੇ ਮੈਨੂੰ ਪਿੰਡ ਖੇਪਾਂ ਵਾਲੀ ਦੇ 30-35 ਸਾਲ ਪੁਰਾਣੇ ਮਿੱਤਰਾਂ ਨੂੰ ਮਿਲਵਾਇਆ, ਜਿਨ੍ਹਾਂ ਵਿੱਚੋਂ ਸਿਰਫ 1-2 ਨੂੰ ਛੱਡ ਕੇ ਬਹੁਤਿਆਂ ਨੂੰ ਮੈਂ ਪਛਾਣ ਨਾ ਸਕਿਆ ਡੰਡੀ। ਉਹ ਸਾਰੇ ਪਟਵਾਰੀ ਦੇ ਲੜਕੇ ਦੇ ਵਿਆਹ ਵਾਸਤੇ ਦੁੱਧ ਵੀ ਲੈ ਕੇ ਆਏ ਸਨ ਡੰਡੀ। 35 ਸਾਲ ਬਾਅਦ ਵਿਆਹ ਵਿੱਚ ਘਰ ਦੇ ਦੁੱਧ ਦੀ ਮਠਿਆਈ ਅਤੇ ਦੇਸੀ ਸਮਾਨ ਖਾ ਕੇ ਇੱਕ ਵਾਰ ਫਿਰ ਪਟਵਾਰੀ ਦੀ ਟੌਰ ਦਾ ਆਨੰਦ ਮਾਣ ਕੇ ਮਨ ਖੁਸ਼ ਹੋ ਗਿਆ ਡੰਡੀ। 2 ਦਿਨ ਵਿਆਹ ਦਾ ਆਨੰਦ ਲੈਣ ਤੋਂ ਬਾਅਦ ਮੈਂ ਵਾਪਸ ਆਪਣੇ ਸ਼ਹਿਰ ਆ ਗਿਆ ਡੰਡੀ। ਜਦੋਂ ਮੈਂ ਮਾਨਸਾ ਸ਼ਹਿਰ ਦੇ ਬੱਸ ਅੱਡੇ 'ਤੇ ਉਤਰਿਆ ਤਾਂ ਚੌਂਕ ਵਿੱਚ ਪਟਵਾਰੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰ ਰਹੇ ਸਨ ਡੰਡੀ। ਉਹ ਮੰਗ ਕਰ ਰਹੇ ਸਨ ਕਿ ਮਹਿਕਮੇ ਵਿੱਚ ਖਾਲੀ ਪੋਸਟਾਂ ਭਰੀਆਂ ਜਾਣ, ਵਾਧੂ ਹਲਕਿਆਂ ਦਾ ਕੰਮ ਲੈਣਾ ਬੰਦ ਕੀਤਾ ਜਾਵੇ, ਪਰਖ ਕਾਲ 'ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਰੈਗੂਲਰ ਕੀਤਾ ਜਾਵੇ ਡੰਡੀ। ਉਹਨਾਂ ਦੀਆਂ ਪਰੇਸ਼ਾਨੀਆਂ ਦੇਖ ਕੇ ਮੈਨੂੰ ਗੁਜ਼ਰੇ ਜ਼ਮਾਨੇ ਦਾ ਉਹ ਪਟਵਾਰੀ ਬੜੀ ਸ਼ਿੱਦਤ ਨਾਲ ਚੇਤੇ ਆ ਰਿਹਾ ਸੀ, ਜੋ ਠਾਠ-ਬਾਠ ਨਾਲ ਨੌਕਰੀ ਕਰਦਾ ਸੀ ਡੰਡੀ। ਪ੍ਰਦਰਸ਼ਨ ਕਰ ਰਹੇ ਪਟਵਾਰੀਆਂ 'ਚੋਂ ਕਈ ਮੇਰੇ ਮਿੱਤਰ ਸਨ, ਜੋ ਮੈਨੂੰ ਦੇਖ ਕੇ ਕਹਿਣ ਲੱਗੇ, ਡਾਕਟਰ ਸਾਹਿਬ, ਤੁਸੀਂ ਵੀ ਸਾਡੇ ਵਿੱਚ ਆ ਜਾਓ ਡੰਡੀ। ਪਟਵਾਰੀ ਦੀ ਟੌਰ ਅਤੇ ਲੜਕੇ ਦੇ ਵਿਆਹ ਦਾ ਸਰੂਰ ਅਜੇ ਵੀ ਮੇਰੀਆਂ ਅੱਖਾਂ ਵਿੱਚ ਸੀ ਡੰਡੀ। ਮੈਂ ਘਰ ਜਾਣ ਦੀ ਬਜਾਏ ਉਹਨਾਂ ਦੇ ਨਾਲ ਹੀ ਪਟਵਾਰ ਯੂਨੀਅਨ ਜਿੰਦਾਬਾਦ ਦੇ ਨਾਅਰੇ ਲਾਉਣ ਲੱਗ ਪਿਆ ਡੰਡੀ।